ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਅਸੀਂ ਹਾਜ਼ਰ ਅੱਜ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ। ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ 7 ਤੋਂ 8 ਇਸ ਦਾ ਸਮਾਂ ਹੁੰਦਾ ਹੈ ਔਰ ਨਵੇਂ ਵਿਸ਼ੇ ਔਰ ਨਵੇਂ ਮਹਿਮਾਨ ਦੇ ਨਾਲ ਤੁਹਾਡਾ ਸਾਂਝ ਪਵਾਈ ਜਾਂਦੀ ਹੈ। ਔਰ ਜਿੱਥੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਨਵਾਂ ਅਤੇ ਵਿਲੱਖਣ ਤੁਹਾਡੀ ਸੇਵਾ 'ਚ ਹਾਜ਼ਰ ਕਰੀਏ, ਉਸੇ ਦੇ ਨਾਲ ਸਾਡੀ ਇਹ ਵੀ ਕੋਸ਼ਿਸ਼ ਹੁੰਦੀ ਹੈ ਕਿ ਕੁਝ ਸਮਾਜ ਦੇ ਲਈ ਜਾਂ ਕੁਝ ਜਾਗਰੂਕਤਾ ਭਰਪੂਰ ਪ੍ਰੋਗਰਾਮ ਤੁਹਾਡੀ ਨਜ਼ਰ ਕੀਤੇ ਜਾਣ, ਜਿਹਦੇ ਨਾਲ ਕਮਿਊਨਿਟੀ ਦੇ ਵਿੱਚ ਕੁਝ ਖਾਸ ਜਿਹੜੀ ਹੈ ਅਵੇਅਰਨੈਸ ਫੈਲ ਸਕੇ। ਸੋ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਉੱਪਰ ਦੇਖ ਰਹੇ ਹੋ, ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਤੁਸੀਂ ਫੇਸਬੁੱਕ ਦੇ ਉੱਪਰ ਵੀ ਦੇਖ ਸਕਦੇ ਹੋ। ਅਗਰ ਕਦੇ ਕਿਸੇ ਕਿਸਮ ਦਾ ਸਵਾਲ ਜਾਂ ਤੁਹਾਡੇ ਜ਼ਿਹਨ 'ਚ ਕਿਸੇ ਕਿਸਮ ਦਾ ਸੁਝਾਅ ਸਾਡੇ ਪ੍ਰਤੀ ਹੋਵੇ ਜਾਂ ਤੁਸੀਂ ਕੋਈ ਫੀਡਬੈਕ ਦੇਣੀ ਚਾਹੁੰਦੇ ਆ ਤਾਂ 905 790 9099 ਨੰਬਰ ਤੁਸੀਂ ਥੱਲੇ ਸਕਰੀਨ ਦੇ ਨੀਚੇ ਵੀ ਫਲੈਸ਼ ਹੁੰਦਾ ਦੇਖ ਰਹੇ ਹੋ, ਉਹਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਔਰ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਕੁਝ ਸਮਾਜ ਦੇ ਵਿੱਚ ਜਾਗਰੂਕਤਾ ਲਈ ਜਾਂ ਸਮਾਜ ਦੇ ਵਿੱਚ ਉਹਨਾਂ ਲੋਕਾਂ ਨੂੰ, ਉਹਨਾਂ ਹੀਰਿਆਂ ਨੂੰ ਜਿਹੜੇ ਪੰਜਾਬ ਜਾਂ ਪੰਜਾਬੀਅਤ ਨੂੰ ਬੁਲੰਦ ਕਰਨਾ ਚਾਹੁੰਦੇ ਆ, ਉਹਨਾਂ ਦੇ ਲਈ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਅਜਿਹੇ ਪ੍ਰੋਗਰਾਮ ਤੁਹਾਡੀ ਨਜ਼ਰ ਪੇਸ਼ ਕੀਤੇ ਜਾਣ। ਇਸੇ ਲੜੀ ਦੇ ਵਿੱਚ ਅੱਜ ਅਸੀਂ ਜਗਤ ਪੰਜਾਬੀ ਸਭਾ ਦੇ ਨੁਮਾਇੰਦੇ ਨੇ ਜੋ ਕਿ ਸਾਡੇ ਅੱਜ ਸਟੂਡੀਓ ਦੇ ਵਿੱਚ ਆਏ ਨੇ, ਉਹਨਾਂ ਦੇ ਨਾਲ ਅਸੀਂ ਚਰਚਾ ਕਰਾਂਗੇ, ਗੱਲਬਾਤ ਕਰਾਂਗੇ। ਪਿਛਲੇ ਕੁਝ ਸਾਲਾਂ ਤੋਂ ਵਰਲਡ ਪੰਜਾਬੀ ਕਾਨਫਰੰਸ ਨਾਮ ਜਿਹੜੀ ਉਹ ਇੱਥੇ ਖਾਸ ਕਰਕੇ ਮੈਂ ਟੋਰਾਂਟੋ ਦੀ ਗੱਲ ਕਰਾਂ ਤਾਂ ਹੁੰਦੀ ਆ ਰਹੀ ਹੈ ਔਰ ਬੜੀ ਸਫਲ ਕਾਨਫਰੰਸ ਮੰਨੀ ਜਾ ਰਹੀ ਹੈ। ਪੂਰੇ ਵਿਸ਼ਵ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਉਹਨਾਂ ਵੱਲੋਂ ਚੰਗੀ ਸ਼ਲਾਘਾ ਹੋਈ ਹੈ ਇਸ ਵਰਲਡ ਪੰਜਾਬੀ ਕਾਨਫਰੰਸ ਦੀ। ਔਰ ਕਾਨਫਰੰਸ ਦੇ ਨਾਲ ਸੈਮੀਨਾਰਸ, ਹੋਰ ਵੈਬੀਨਾਰਸ ਹੋ ਗਏ, ਫਿਰ ਉਸ ਤੋਂ ਬਾਅਦ ਜਿਹੜੇ ਮੁਸ਼ਾਇਰੇ ਨੇ, ਕਵੀ ਦਰਬਾਰ ਨੇ, ਬਹੁਤ ਕੁਛ ਇਸ ਸੰਸਥਾ ਦੇ ਵੱਲੋਂ ਕੀਤਾ ਜਾ ਰਿਹਾ। ਔਰ ਇਹਨਾਂ ਸੰਸਥਾਵਾਂ ਦੇ ਨਾਲ ਜਿਵੇਂ ਮੈਂ ਗੱਲ ਕਰਾਂ ਕਿ ਜਿਹੜੀ ਜਗਤ ਪੰਜਾਬੀ ਸਭਾ ਦੇ ਨਾਲ ਹੋਰ ਵੀ 1-2 ਸੰਸਥਾਵਾਂ ਰਲ ਕੇ ਜਿਹੜਾ ਆਪਣਾ ਇਹ ਉਪਰਾਲਾ ਕਰਦੀਆਂ ਨੇ ਤਾਂ ਕਿ ਪੰਜਾਬੀਅਤ ਅਤੇ ਪੰਜਾਬੀਅਤ ਦੀ ਜਿਹੜੀ ਸੇਵਾ ਕੀਤੀ ਜਾ ਸਕੇ। ਅੱਜ ਜਗਤ ਪੰਜਾਬੀ ਸਭਾ ਦੇ ਸਾਡੇ ਨਾਲ ਇੱਕ ਖਾਸ ਨੁਮਾਇੰਦੇ ਆਏ ਨੇ ਜੋ ਕਿ ਪਿਛਲੇ ਦਿਨੀ ਭਾਰਤ, ਪਾਕਿਸਤਾਨ ਅਤੇ ਹੋਰ ਵਿਸ਼ਵ ਦੇ ਕੁਝ ਦੇਸ਼ਾਂ ਵਿੱਚ ਦੀ ਹੁੰਦੇ ਹੋਏ ਉਹ ਅੱਜ ਕੈਨੇਡਾ ਦੇ ਵਿੱਚ ਵਾਪਸ ਪਰਤੇ ਆ, ਟੋਰਾਂਟੋ ਦੇ ਵਿੱਚ ਵਰਤੇ ਨੇ। ਅਤੇ ਮੇਰੀ ਮੁਰਾਦ ਹੈ ਅਜੈਬ ਸਿੰਘ ਚੱਠਾ ਜੀ ਤੋਂ। ਬਹੁਤ ਸ਼ੁਕਰੀਆ, ਤੁਸੀਂ ਸਟੂਡੀਓ ਦੇ ਵਿੱਚ ਆਏ ਔਰ ਸਵਾਗਤ ਕਰਦੇ ਹਾਂ ਤੁਹਾਡਾ। ਮਿਹਰਬਾਨੀ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਤੇ ਵਿਜ਼ਨ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਚੱਠਾ ਸਾਹਿਬ, ਪਹਿਲਾਂ ਤਾਂ ਵੈਲਕਮ ਇਸ ਲਈ ਕਿ ਤੁਸੀਂ ਸਾਰਾ ਕੁਝ ਕਰਕੇ, ਜਿਵੇਂ 14 ਦਿਨ ਦਾ ਜਿਹੜਾ ਸਮਾਂ ਹੈ ਉਹ ਇੱਕ ਬਨਵਾਸ ਕੱਟ ਕੇ ਤੇ ਤੁਸੀਂ ਅੱਜ ਸਟੂਡੀਓ ਦੇ ਵਿੱਚ ਵੀ ਆਏ ਆ। ਔਰ ਮੈਨੂੰ ਆਸ ਹੈ ਕਿ ਜਿੱਥੇ ਵੀ ਤੁਸੀਂ ਗਏ ਆ ਔਰ ਜਿਹੜੇ ਵੀ ਮਕਸਦ ਨਾਲ ਤੁਸੀਂ ਗਏ ਸੀ, ਖਾਸ ਕਰਕੇ ਤੁਹਾਡਾ ਮਕਸਦ ਹੁੰਦਾ ਕਿ ਪੰਜਾਬੀਅਤ ਦੀ ਸੇਵਾ ਕੀਤੀ ਜਾ ਸਕੇ, ਉਹ ਪੂਰਾ ਹੋਇਆ ਹੋਵੇਗਾ। ਬਿਲਕੁਲ ਜੀ, ਚੰਗਾ ਲੱਗਦਾ ਜੀ। ਪੰਜਾਬੀ ਦੀ ਸੇਵਾ ਕਹਿ ਦਿੰਦੇ ਹਾਂ, ਸਭ ਤੋਂ ਵੱਡੀ ਗੱਲ ਤਾਂ ਅਸੀਂ ਆਪਦੀ ਸੇਵਾ ਕਰਦੇ ਹਾਂ, ਆਪਦਾ ਹੀ ਮਨ ਖੁਸ਼ ਰੱਖਣਾ ਹੁੰਦਾ ਹੈਗਾ ਜੀ। ਇੱਕ ਪਹਿਲਾਂ ਇੰਡੀਆ ਜਾਣਾ ਹੀ ਹੁੰਦਾ ਹੈਗਾ, ਕੋਈ ਰਿਸ਼ਤੇਦਾਰ ਪ੍ਰੋਪਰਟੀਆਂ ਕਰਕੇ ਜਾਣਾ ਪੈਂਦਾ ਹੈਗਾ ਤੇ ਉਹਦੇ ਵਿੱਚ ਬੈਠੇ ਆਪਣਾ ਜੀ ਲਾਉਣ ਦੇ ਲਈ ਲੋਕਾਂ ਨੂੰ ਵੀ ਮਿਲਦੇ ਰਹੀਦਾ ਹੈਗਾ ਜੀ। ਤੇ ਉਹ ਮਿਲਦੇ ਨਾਲ ਹੀ ਜਦੋਂ ਪੰਜਾਬੀਅਤ ਦੀ ਗੱਲ ਕਰਦੇ ਹੋ, ਉਹ ਕਾਨਫਰੰਸ ਕਰਾਉਣ ਕਰਕੇ ਇਹਨਾਂ ਨਾਲ ਥੋੜ੍ਹੇ ਜਿਹੇ ਚੰਗੇ ਬੰਦਿਆਂ ਨਾਲ ਸੰਬੰਧ ਬਣੇ ਹੈਗੇ ਆ ਜੀ, ਉਹਨਾਂ ਨੂੰ ਜੋ ਬਹਿੰਦੇ ਆ ਚੰਗਾ ਲੱਗਦਾ ਹੈਗਾ। ਠੀਕ ਹੈ। ਸੋ ਤੁਸੀਂ ਇਕੱਲੇ ਸਿਰਫ ਭਾਰਤ ਦੇ ਵਿੱਚ ਜਾਂ ਹੋਰ ਕਿਹੜੇ ਜਿਵੇਂ ਪਾਕਿਸਤਾਨ ਜਾਂ ਇਸ ਤਰ੍ਹਾਂ ਇੱਧਰ ਜਾ ਕੇ ਆਏ ਆ, ਤਾਂ ਉਹਨਾਂ ਦਾ ਵੀ ਥੋੜ੍ਹਾ ਜਿਹਾ ਜ਼ਿਕਰ ਕਰੋ ਤਾਂ ਫਿਰ ਆਪਾਂ ਅੱਗੇ ਲੜੀ ਤੋਰੀਏ। ਪਾਕਿਸਤਾਨ ਮੈਂ 9ਵੀਂ ਵਾਰੀ ਜਾਇਆ ਠੀਕ। ਐਤਕੀ ਵੀ 5 ਦਿਨ ਐਤਕੀ ਵੀ ਪਾਕਿਸਤਾਨ ਜਾਏ ਸੀਗੇ ਜੀ। ਤੇ ਉੱਥੇ ਇੱਕ ਕਾਨਫਰੰਸ ਵੀ ਸੀ, ਕਾਨਫਰੰਸ ਦਾ ਨਾਲ ਬਹਾਨਾ ਬਣ ਜਾਂਦਾ। ਉੱਥੇ ਉਹ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਜੀ ਉਹ VC ਸਾਹਿਬ, ਉੱਥੇ ਪ੍ਰੋਫੈਸਰ ਸਾਹਿਬਾਨ, ਉਹਨਾਂ ਨੂੰ ਮਿਲਾਈਦਾ ਹੈਗਾ ਜੀ। ਤੇ ਐਤਕੀ ਸਾਹਿਬਜ਼ਾਦਾ ਜਿਹੜੇ ਸੁਲਤਾਨ ਬਾਹੂ ਦੀ ਔਲਾਦ ਵਿੱਚੋਂ ਨੇ ਜੀ, ਉਹਨਾਂ ਨੂੰ ਮਿਲ ਕੇ ਆਏ ਸੀਗੇ। ਚੰਗਾ ਲੱਗਦਾ ਜੀ ਉਹਨਾਂ ਨੂੰ ਮਿਲਣਾ। ਸੋ ਚੱਠਾ ਸਾਹਿਬ, ਪਿਛਲੇ ਕੁਝ ਸਾਲਾਂ ਤੋਂ ਵਰਲਡ ਪੰਜਾਬੀ ਕਾਨਫਰੰਸਿਸ ਦਾ ਉਪਰਾਲਾ ਤੁਸੀਂ ਕਰਦੇ ਆ ਰਹੇ ਹੋ। ਇਸ ਵਾਰੀ ਤੁਹਾਡਾ ਵੱਡੇ ਪੱਧਰ 'ਤੇ ਇੱਕ ਸੈਮੀਨਾਰ ਜਾਂ ਤੁਸੀਂ ਕਾਨਫਰੰਸ ਦੇ ਲੈਵਲ ਦਾ ਰੱਖਿਆ ਹੋਇਆ ਸੀ, ਉਹ ਵੀ ਕੋਵਿਡ ਦੀ ਭੇਟ ਚੜ੍ਹ ਗਿਆ, COVID-19 ਦੀ ਜਿਹੜਾ ਭੇਟ ਚੜ੍ਹ ਗਿਆ। ਸੋ ਜਗਤ ਪੰਜਾਬੀ ਸਭਾ ਵੀ ਜਿਹੜੀ ਹੈ ਕਿ ਇਹ ਕਹਿ ਲਓ ਕਿ ਵੀ ਬਿਲਕੁਲ ਨਵੇਂ ਤਰੀਕੇ ਦੇ ਨਾਲ ਔਰ ਨਵੇਂ ਚੌਖਟੇ ਦੇ ਵਿੱਚ ਜਿਹੜੀ ਹੈ ਉਹ ਸਾਹਮਣੇ ਆਈ ਹੈ, ਨਵਾਂ ਰੂਪ ਅਖਤਿਆਰ ਕੀਤਾ ਹੈ। ਉਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸੋ ਵੀ ਇਹ ਵਰਲਡ ਪੰਜਾਬੀ ਕਾਨਫਰੰਸਿਸ ਤਾਂ ਤੁਸੀਂ ਪਹਿਲਾਂ ਕਰਵਾਉਂਦੇ ਆ ਰਹੇ ਹੋ, ਪਰ ਜਗਤ ਪੰਜਾਬੀ ਸਭਾ ਦਾ ਹੋਂਦ ਦੇ ਵਿੱਚ ਆਉਣਾ ਉਹ ਕਿਵੇਂ ਹੋਇਆ? ਇਹਦੀ ਜਿਹੜੀ ਸੰਸਥਾ ਸੀਗੀ ਉਹ ਓਨਟਾਰੀਓ ਫਰੈਂਡਸ ਕਲੱਬ
ਕਲਮ ਫਾਊਂਡੇਸ਼ਨ ਇਹ 2008 ਦੇ ਵਿੱਚ ਹੋਂਦ ਵਿੱਚ ਆਈ ਸੀਗੀ ਜੀ ਤੇ ਜਿਹੜਾ ਵਰਲਡ ਪੰਜਾਬੀ ਕਾਨਫਰੰਸ ਆ ਉਹਦਾ ਇਵੈਂਟ ਹੈਗਾ ਕਾਨਫਰੰਸ ਕਰਾ ਲਈ ਇੰਟਰਨੈਸ਼ਨਲ ਸੈਮੀਨਾਰ ਕਰਵਾ ਲਏ ਜੀ ਉਹ ਕਰਵਾਉਂਦੇ ਰਹੇ ਹੈਗੇ ਆ ਤੇ ਫਿਰ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਉਹ 2012 ਦੇ ਵਿੱਚ ਹੋਂਦ ਚ ਆਈ ਸੀਗੀ ਉਸ ਤੋਂ ਬਾਅਦ ਜਿਹੜੇ 3 ਕਾਨਫਰੰਸ ਹੈਗੀਆਂ ਵਾ ਉਹ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਛੋਟਾ ਨਾ ਪੱਬ ਪਾ ਉਹਦੇ ਵੱਲੋਂ ਕਰਵਾਈਆਂ ਗਈਆਂ ਜੀ ਉਹ ਸੀਗਾ ਵੀ ਇੱਕ ਕੰਟਰੀ ਦੇ ਬੰਦੇ ਕਰਕੇ ਇਕੱਠੇ ਹੋ ਕੇ ਤੇ ਅਸੀਂ ਵਰਲਡ ਪੰਜਾਬੀ ਕਾਨਫਰੰਸ ਕਰਾਉਂਦੇ ਸੀਗੇ ਜੀ ਅਸੀਂ ਪਾਪਾ ਦੇ ਅੰਡਰ ਹੀ ਜਗਤ ਪੰਜਾਬੀ ਸਭਾ ਨਵੀਂ ਇੱਕ ਰਜਿਸਟਰ ਕਰਕੇ ਜਿਹਦੇ ਵਿੱਚ ਅਸੀਂ ਵੱਖ-ਵੱਖ ਕੰਟਰੀਆਂ ਤੋਂ ਨੁਮਾਇੰਦੇ ਲਏ ਹੈਗੇ ਆ ਠੀਕ ਹੈ ਜਿਹਦੇ ਚ ਇੰਡੀਆ ਵੀ ਆ ਆਸਟ੍ਰੇਲੀਆ ਵੀ ਆ ਅਮਰੀਕਾ ਵੀ ਆ ਪਾਕਿਸਤਾਨ ਵੀ ਆ ਕੈਨੇਡਾ ਵੀ ਆ ਅਸੀਂ ਸਾਰੇ ਇਕੱਠੇ ਹੋ ਕੇ ਸਾਰੇ ਦੇਸ਼ਾਂ ਦੇ ਬੰਦੇ ਇਕੱਠੇ ਹੋ ਕੇ ਇਹ ਇਵੈਂਟ ਕਰਿਆ ਕਰੀਏ ਇਹ ਨਵਾਂ ਸਾਡਾ ਐਕਸਪੀਰੀਅੰਸ ਆ ਇਹਨੂੰ ਹਜੇ 1.5 ਸਾਲ ਹੋਇਆ ਸਾਨੂੰ ਰਜਿਸਟਰ ਕਰਾਈ ਨੂੰ ਜਗਤ ਪੰਜਾਬੀ ਸਭਾ ਇਹ ਜਿਹੜੀ ਜਗਤ ਪੰਜਾਬੀ ਸਭਾ ਵਾ ਇਹ ਸਾਡੀ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਦੇ ਅੰਡਰ ਹੀ ਰਜਿਸਟਰ ਕਰਾਈ ਗਈ ਸੋ ਜਿਹੜੀ ਜਗਤ ਪੰਜਾਬੀ ਸਭਾ ਜਿਹੜੀ ਤੁਸੀਂ ਉਹ ਪਿਛਲੇ 1.5 ਸਾਲ ਤੋਂ ਤੁਸੀਂ ਰਜਿਸਟਰ ਕੀਤੀ ਹੈ ਤਾਂ ਇਸ ਦੇ ਜਿਹੜੇ ਕੰਮ ਹੋਣਗੇ ਜਾਂ ਇਸ ਸੰਸਥਾ ਨੂੰ ਚਲਾਉਣ ਦੇ ਲਈ ਜਾਂ ਇਸ ਸੰਸਥਾ ਦੇ ਅੰਡਰ ਜਿਹੜੇ ਬੈਨਰ ਹੇਠ ਜਿਹੜੀਆਂ ਚੀਜ਼ਾਂ ਤੁਸੀਂ ਕਰਨ ਜਾ ਰਹੇ ਆ ਕੀ ਏਜੰਡਾ ਰਹੇਗਾ ਉਹਦਾ ਸਭ ਤੋਂ ਪਹਿਲਾਂ ਤਾਂ ਜਿਹੜੀ ਵਿਸ਼ਵ ਪੰਜਾਬੀ ਕਾਨਫਰੰਸ ਹੀ ਸੀਗੀ ਜਿਹੜੀ ਹੁਣ ਇਹ ਹਰੇਕ 2 ਸਾਲ ਬਾਅਦ ਹੁੰਦੀ ਹੈਗੀ ਆ ਪਿਛਲੀ ਵਾਰੀ 2019 ਚ ਹੋਈ ਹੈਗੀ ਆ ਤੇ ਜਿਹੜੀ 2021 ਚ ਹੈਗੀ ਜਗਤ ਪੰਜਾਬੀ ਸਭਾ ਦੇ ਵੱਲੋਂ ਹੀ ਜਿਹੜੀ ਜੂਨ ਦੇ ਵਿੱਚ 21 ਵਿੱਚ ਕਾਨਫਰੰਸ ਹੋਊਗੀ ਇਹ ਜਗਤ ਪੰਜਾਬੀ ਸਭਾ ਦੇ ਅੰਡਰ ਹੀ ਹੋਊਗੀ ਉਹਦੇ ਬੈਨਰ ਹੇਠ ਹੋਊਗੀ ਤੇ ਇਸ ਤੋਂ ਪਹਿਲਾਂ ਜਦੋਂ ਤੁਸੀਂ ਦੱਸਿਆ ਹੈਗਾ ਵਾ ਕਿ ਅਸੀਂ ਜੂਨ 20 ਤੇ 21 ਨੂੰ ਇੰਟਰਨੈਸ਼ਨਲ ਪੰਜਾਬੀ ਸੈਮੀਨਾਰ ਰੱਖਿਆ ਸੀਗਾ ਇੰਟਰਨੈਸ਼ਨਲ ਉਹ 20 ਕੀ ਸੀਗਾ ਬਰੈਂਪਟਨ ਸਿਟੀ ਵੱਲੋਂ ਫੋਨ ਆ ਗਿਆ ਈਮੇਲ ਆ ਗਈ ਵੀ ਉਹ ਤੁਹਾਡੀ ਬੁਕਿੰਗ ਅਸੀਂ 2021 ਦੀ ਕੈਂਸਲ ਕਰ ਦਿੱਤੀ ਹੈਗੀ ਆ ਕਿਉਂਕਿ ਸੋਸ਼ਲ ਗੈਦਰਿੰਗ ਹੋ ਨਹੀਂ ਰਹੀ ਉਹ ਕਰਕੇ ਅਸੀਂ ਇਹਨੂੰ ਗਾ ਨਵੀਂ ਉਸੇ ਹੀ ਡਿਪੋਜ਼ਿਟ ਦੇ ਵਿੱਚ ਅਸੀਂ ਨਵੀਂ ਬੁਕਿੰਗ ਜਿਹੜੀ ਆ ਉਹ ਜੂਨ ਚ ਕਰਵਾ ਲਈ ਹੁਣ ਜੂਨ ਦੇ ਵਿੱਚ ਉਹ ਕਰਵਾਉਣ ਜਾ ਰਹੇ ਹਾਂ ਤੁਸੀਂ ਹਾਂਜੀ ਅਗਲੇ ਸਾਲ ਜੂਨ ਦੇ ਵਿੱਚ ਹੋਊਗੀ ਸੋ ਇਹ ਜਿਹੜੇ ਜਿੰਨੇ ਵੀ ਹੁਣ ਪ੍ਰੋਗਰਾਮ ਹੋਇਆ ਕਰਨਗੇ ਖਾਸ ਕਰਕੇ ਪੰਜਾਬੀ ਨਾਲ ਸੰਬੰਧਿਤ ਜਿੰਨੇ ਵੀ ਪ੍ਰੋਗਰਾਮ ਤੁਸੀਂ ਕਰੋਗੇ ਤਾਂ ਫਿਰ ਉਹ ਜਗਤ ਪੰਜਾਬੀ ਸਭਾ ਦੇ ਹੇਠ ਹੀ ਹੋਇਆ ਕਰਨਗੇ ਹਾਂਜੀ ਮੇਨ ਜਗਤ ਪੰਜਾਬੀ ਸਭਾ ਇੱਕ ਰਜਿਸਟਰਡ ਬੋਡੀ ਉਹ ਥੱਲੇ ਕਰਿਆ ਕਰਾਂਗੇ ਪਰ ਉਹਦੇ ਨਾਲ ਸਾਡੀ ਅੰਟਾਰੀਓ ਫਰੈਂਡਸ ਕਲੱਬ ਹੈਗੀ ਆ ਉਹ 2008 ਈਵਨ ਕਿ 2007 ਵਿੱਚ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਉਹ ਵੀ ਇੱਕ ਰਜਿਸਟਰਡ ਬੋਡੀ ਹੈਗੀ ਆ ਉਹਦੇ ਕੰਗ ਸਾਹਿਬ ਸਾਡੇ ਪ੍ਰਧਾਨ ਹੈਗੇ ਆ ਸਰਵਿੰਦਰ ਸਿੰਘ ਕੰਗ ਉਹ ਸਾਰੀਆਂ ਸੰਸਥਾਵਾਂ ਬਾਕੀਆਂ ਦੀ ਸਪੋਰਟ ਤਾਂ ਅਸੀਂ ਲਵਾਂਗੇ ਪਰ ਕਿਸੇ ਨਾਂ ਦੇ ਥੱਲੇ ਵੀ ਰਜਿਸਟਰ ਕਰ ਲਈਏ ਚਾਹੇ ਅੰਟਾਰੀਓ ਫਰੈਂਡਸ ਕਲੱਬ ਤੇ ਰਜਿਸਟਰ ਕਰ ਲਈਏ ਤਾਂ ਸਾਡੀ ਜਗਤ ਪੰਜਾਬੀ ਸਭਾ ਉਹਨਾਂ ਨੂੰ ਸਪੋਰਟ ਕਰੂਗੀ ਤੇ ਜੇ ਅਸੀਂ ਬੁਕਿੰਗ ਜਿਹੜੀ ਆ ਜਗਤ ਪੰਜਾਬੀ ਸਭਾ ਦੇ ਕਰ ਲੈਣੇ ਤੇ ਹੋਰ ਸੰਸਥਾਵਾਂ ਉਹ ਸਾਡੀ ਸਪੋਰਟ ਕਰਨਗੀਆਂ ਜੀ ਸੋ ਦਰਸ਼ਕਾਂ ਨੂੰ ਮੈਂ ਦੱਸ ਦਵਾਂ ਕਿ ਪੇਸ਼ੇ ਵਜੋਂ ਚੱਠਾ ਸਾਹਿਬ ਨੇ ਜੋ ਇੱਕ ਵਕੀਲ ਜਾਂ ਲਾਇਰ ਦੇ ਤੌਰ ਤੇ ਕੰਮ ਕਰਦੇ ਔਰ ਲੰਬੇ ਸਮੇਂ ਤੋਂ ਇਹਨਾਂ ਦਾ ਪੇਸ਼ਾ ਹੈ ਸਿਰਫ ਇੱਕ ਪੰਜਾਬੀ ਔਰ ਪੰਜਾਬੀ ਭਾਈਚਾਰੇ ਨੂੰ ਪੰਜਾਬੀ ਮਾਂ ਬੋਲੀ ਨੂੰ ਪੰਜਾਬੀਅਤ ਨੂੰ ਵਿਸ਼ਵ ਪੱਧਰ ਦੇ ਉੱਪਰ ਜਾਂ ਇਹ ਕਹਿ ਲਓ ਕਿ ਵੀ ਕੁਝ ਮਲਾਈ ਦੇ ਤੌਰ ਤੇ ਵੀ ਸਾਡੀ ਪੰਜਾਬੀ ਵੀ ਜਿਹੜਾ ਇੱਕ ਹੋਲਡ ਰੱਖੇ ਔਰ ਉਸੇ ਦੀ ਸੰਬੰਧਿਤ ਇਹ ਜਿਹੜੀ ਸੇਵਾ ਕਰਦੇ ਆ ਰਹੇ ਆ ਔਰ ਜਿੱਥੇ ਅਸੀਂ ਦੇਖਦੇ ਹਾਂ ਕਿ ਇਹਨਾਂ ਦੀ ਜਿਹੜੀ ਲਗਨ ਹੈ ਸ਼ਿੱਦਤ ਹੈ ਪਿਛਲੇ ਕਾਫੀ ਸਾਲਾਂ ਤੋਂ ਇਹ ਵਰਲਡ ਪੰਜਾਬੀ ਕਾਨਫਰੰਸ ਦਾ ਜਿਹੜਾ ਇੱਥੇ ਉਪਰਾਲਾ ਕਰਦੇ ਆ ਉਹਦਾ ਅਰੇਂਜਮੈਂਟ ਕਰਦੇ ਆ ਔਰ ਪੂਰੇ ਵਿਸ਼ਵ ਦੇ ਵਿੱਚੋਂ ਪੰਜਾਬੀ ਨਾਲ ਸੰਬੰਧਿਤ ਜਿੱਥੇ ਲੇਖਕ ਆਉਂਦੇ ਨੇ ਕਵੀ ਆਉਂਦੇ ਨੇ ਉਹਦੇ ਨਾਲ ਹੋਰ ਵੀ ਅਜਿਹੀਆਂ ਪਰਸਨੈਲਿਟੀਜ਼ ਜਿਹੜੀਆਂ ਇੱਥੇ ਪਹੁੰਚਦੀਆਂ ਜਿਨ੍ਹਾਂ ਦਾ ਪੰਜਾਬੀ ਨਾਲ ਸੰਬੰਧਿਤ ਜਾਂ ਪੰਜਾਬੀਅਤ ਨੂੰ ਯੋਗਦਾਨ ਹੁੰਦਾ ਹੈ ਸੋ ਅਸੀਂ ਬਹੁਤ ਖੁਸ਼ਕਿਸਮਤ ਹਾਂ ਸੋ ਚੱਠਾ ਸਾਹਿਬ ਤੋਂ ਤੁਹਾਡੇ ਵਰਗੇ ਜਿਹੜੇ ਲੋਕ ਨੇ ਔਰ ਟੋਰਾਂਟੋ ਦੇ ਵਿੱਚ ਬੈਠ ਕੇ ਪੰਜਾਬੀ ਦੀ ਚਲੋ ਬੇਸ਼ੱਕ ਤੁਸੀਂ ਕਹਿ ਰਹੇ ਹੋ ਕਿ ਵੀ ਸਾਡਾ ਵੀ ਉਹਦੇ ਵਿੱਚ ਇੱਕ ਮਨ ਪਰਚਾਵਾ ਜਾਂ ਦਿਲ ਲੱਗਦਾ ਹੈ ਬੇਸ਼ੱਕ ਕਰਦੇ ਸਾਰੇ ਹੀ ਇੱਦਾਂ ਕਰਦੇ ਕਿ ਮੇਰੇ ਕਿਸੇ ਦੀ ਕੋਈ ਹੌਬੀ ਹੁੰਦੀ ਹੈ ਕਿ ਮੈਂ ਕੁਝ ਗੇਮ ਕਰਾਂ ਜਾਂ ਮੈਂ ਕੋਈ ਆਪਣੀ ਇਸ ਤਰ੍ਹਾਂ ਦੀ ਹੌਬੀ ਰੱਖਾਂ ਕਿ ਮੈਂ ਗੋਲਫ ਖੇਡਣ ਚਲਾ ਗਿਆ ਲੇਕਿਨ ਤੁਹਾਡੀ ਇੱਕ ਇਸ ਤਰ੍ਹਾਂ ਦੀ ਹੌਬੀ ਬਣ ਗਈ ਕਿ ਵੀ ਮੈਂ ਪੰਜਾਬੀ ਦੀ ਸੇਵਾ ਕਰਨੀ ਹੈ ਇਹ ਬੜੀ ਮਾਣ ਵਾਲੀ ਗੱਲ ਹੈ ਸੋ ਚੱਠਾ ਸਾਹਿਬ ਅੱਗੇ ਮੇਰਾ ਸਵਾਲ ਇਹ ਹੈ ਕਿ ਜਿਹੜਾ ਜਗਤ ਪੰਜਾਬੀ ਸਭਾ ਨਾਲ ਸੰਬੰਧਿਤ ਮੈਂ ਪੈਂਫਲੇਟ ਵੀ ਪੜ੍ਹ ਰਿਹਾ ਸੀ 101 ਅਜਿਹੇ ਮਹਾਨ ਸ਼ਖਸੀਅਤਾਂ ਜਿਹੜੀਆਂ ਕਿ ਪੰਜਾਬੀ ਜਿਨ੍ਹਾਂ ਦੀਆਂ ਜੜ੍ਹਾਂ ਪੰਜਾਬੀ ਨਾਲ ਜੁੜੀਆਂ ਹੋਈਆਂ ਨੇ ਪੰਜਾਬੀਅਤ ਨਾਲ ਜੁੜੀਆਂ ਹੋਈਆਂ ਉਹਨਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਉਹਦੇ ਬਾਰੇ ਥੋੜ੍ਹੀ ਡਿਟੇਲ 'ਚ ਦੱਸੋ ਵੀ ਅਸਲ 'ਚ ਕਿਵੇਂ ਉਹ ਮੈਂ ਇੰਡੀਆ ਦੇ ਵਿੱਚ ਗਿਆ ਸੀਗਾ ਜੀ ਤੇ ਕੁਛ ਮੈਂ ਕਾਫੀ ਟੇਬਲ ਬੜੇ ਵਧੀਆ ਗੁੱਡ ਸਾਈਜ਼ ਦੀ ਮੈਂ ਬੁੱਕਸ ਬਣੀ ਦੇਖੀ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਵੀ ਅਮਰੀਕਾ ਦੇ ਸਿੱਖ ਇੰਡੀਆ ਦੇ ਸਿੱਖ
ਤੇ ਮੈਨੂੰ ਇਹ ਲੱਗਾ ਵੀ ਹੁਣ ਜੇ ਆਪਾਂ ਜਗਤ ਪੰਜਾਬੀ ਸਭਾ ਬਣਾਈ ਹੈਗੀ ਆ, ਸਾਡੇ ਨਾਲ ਮੁਸਲਮਾਨ ਵੀ ਆ, ਹਿੰਦੂ ਵੀਰ ਵੀ ਆ, ਕ੍ਰਿਸਚੀਅਨ ਵੀ ਹੈਗੇ ਆ, ਤੇ ਸਿੱਖ ਤਾਂ ਅਸੀਂ ਆਪ ਹੈਗੇ ਆ, ਤੇ ਅਸੀਂ ਇਸ ਗੱਲ ਨੂੰ ਛੱਡ ਕੇ ਅਸੀਂ ਇਕੱਲੇ ਸਿੱਖਾਂ ਦੀ ਬਣਾਈਏ ਜਾਂ ਇਕੱਲੇ ਹਿੰਦੂਆਂ ਦੀ ਬਣਾਈਏ। ਤੇ ਇਸ ਕਰਕੇ ਅਸੀਂ ਰੱਖਿਆ ਵੀ ਅਸੀਂ ਸੰਸਾਰ ਦੇ ਵਿੱਚੋਂ 101 ਪੰਜਾਬੀ ਚੁਣ ਕੇ ਇੱਕ ਉਹਨਾਂ ਦੀ ਕਾਫੀ ਟੇਬਲ ਬੁੱਕ ਬਣਾਈ ਜਾਵੇ। ਤੇ ਉਹਦੇ ਲਈ ਅਸੀਂ ਸਭ ਤੋਂ ਪਹਿਲਾਂ jagtpunjabisabha.com ਇੱਕ ਵੈਬਸਾਈਟ ਬਣਾਈ ਤੇ ਉਹਦੇ ਉੱਪਰ ਅਸੀਂ ਫਾਰਮ ਪਾਇਆ। ਉਹਦੇ ਵਿੱਚ ਹੀ ਜੇ ਕਿਸੇ ਬੰਦੇ ਨੇ ਜਾਣਾ ਹੋਵੇ jagtpunjabisabha.com ਵੈਬਸਾਈਟ ਤੇ ਜਾਊਗਾ, ਉਹ ਸਾਡੀ ਈਮੇਲ ਹੈਗੀ ਆ, ਉਹਦੇ ਵਿੱਚ ਫਾਰਮ ਲਿਖਿਆ ਹੈਗਾ, ਉਹ ਫਾਰਮ ਸਾਨੂੰ ਭਰ ਕੇ ਭੇਜੇ ਤੇ ਉਸ ਹਰੇਕ ਪੰਜਾਬੀ ਨੂੰ, ਅਸੀਂ ਸਾਰੇ 25 ਸਾਰੇ ਨਹੀਂ ਕਰ ਸਕਦੇ, ਜਿਹੜੇ ਕਿਸੇ ਨੇ ਵੀ ਚੰਗੇ ਕੰਮ ਕੀਤੇ ਆ, ਜਿਹਨੇ ਪੰਜਾਬੀਅਤ ਦਾ ਨਾਂ ਰੋਸ਼ਨ ਕੀਤਾ ਹੈਗਾ, ਉਹਨਾਂ ਦਾ ਨਾਂ ਉਸ 101 ਜਿਹੜੇ ਪ੍ਰੋਮੀਨੈਂਟ ਪੰਜਾਬੀ ਆ ਉਹਨਾਂ ਦੀ ਲਿਸਟ ਵਿੱਚ ਅਸੀਂ ਪਾਵਾਂਗੇ। ਉਸ ਤੋਂ ਬਾਅਦ ਅਸੀਂ ਮੈਗਜ਼ੀਨ ਦੇ ਵਿੱਚ ਵੀ ਛਾਪਾਂਗੇ, ਕਾਫੀ ਟੇਬਲ ਬੁੱਕ ਵੀ ਬਣਾਵਾਂਗੇ, ਤੇ ਉਸ ਤੋਂ ਬਾਅਦ ਹੋ ਸਕਦਾ ਵੀ 6-7 ਕੰਟਰੀਆਂ ਦੇ ਵਿੱਚ ਉਹਨਾਂ ਦੇ ਪ੍ਰੋਗਰਾਮ ਵੀ ਕੀਤੇ ਜਾਣ, ਕਿਉਂਕਿ ਜਿਹੜੇ ਕੈਨੇਡਾ ਦੇ ਚੁਣੇ ਜਾਣਗੇ, ਜਿਹੜੇ ਚੁਣੇ ਜਾਣਗੇ, ਜਿੱਦਾਂ ਕੈਨੇਡਾ ਚ ਹੁੰਦੇ ਹੈਗੇ ਆ, ਹਰੇਕ ਬੰਦਾ ਇੰਡੀਆ ਇੱਕ ਥਾਂ ਫੰਕਸ਼ਨ ਕਰੀਏ ਤਾਂ ਨਹੀਂ ਪਹੁੰਚ ਸਕਦਾ। ਇੱਕ ਫੰਕਸ਼ਨ ਅਸੀਂ ਕੈਨੇਡਾ ਚ ਕਰਾਂਗੇ, ਉਹ ਜਿਹੜੇ ਇੱਥੋਂ ਦੇ ਬੰਦੇ ਸਿਲੈਕਟ ਉਹ ਵਿੱਚ ਆਉਣਗੇ, ਇਹ ਮੁੜ ਕੇ ਅਮਰੀਕਾ ਦੇ ਵਿੱਚ ਕਰਾਂਗੇ, ਫਿਰ ਆਸਟ੍ਰੇਲੀਆ 'ਚ ਕਰਾਂਗੇ, ਪਾਕਿਸਤਾਨ 'ਚ ਕਰਾਂਗੇ, ਇੰਡੀਆ 'ਚ ਕਰਾਂਗੇ, ਯੂਕੇ ਵਿੱਚ ਕਰਾਂਗੇ। ਤੇ ਇਸ ਕਰਕੇ ਮੈਨੂੰ ਲੱਗਦਾ ਵੀ ਰਿਸਪੌਂਸ ਬਹੁਤ ਅੱਛਾ ਆ ਰਿਹਾ ਹੈਗਾ ਵਾ। ਇਹ ਸਮਝੋ 85 ਕੁ ਬੰਦੇ ਸਾਡੇ ਕੋਲ ਆਲਰੇਡੀ ਅਪਲਾਈ ਕਰ ਚੁੱਕੇ ਹੈਗੇ ਆ, ਤੇ ਉਹਨਾਂ ਵਿੱਚੋਂ ਹਜੇ ਤੱਕ 20 ਜਿਹੜੇ ਫਾਈਨਲ ਕੀਤੇ ਅਸੀਂ, ਤੇ ਬਾਕੀਆਂ ਦੀ ਅਸੀਂ ਵੇਟ ਕਰ ਰਹੇ ਹੈਗੇ ਆ ਵੀ ਕਿਹਨੂੰ ਅਸੀਂ ਉਹ ਸਿਲੈਕਟ ਕਰ ਸਕੀਏ। ਸੋ ਜੇ ਤੁਸੀਂ ਜਦੋਂ ਹੁਣ ਤੁਸੀਂ ਭਾਰਤ ਦੇ ਵਿੱਚ ਗਏ ਸੀ ਤਾਂ ਉੱਥੇ ਇਸ ਤਰ੍ਹਾਂ ਦਾ ਕੋਈ ਫੰਕਸ਼ਨ ਜਿਹੜਾ ਪ੍ਰੋਗਰਾਮ ਕੋਈ ਹੋਇਆ ਜਾਂ ਉਹ ਲਿਖਿਆ ਸੀ ਕੋਈ? ਉਹ ਜਿਹੜਾ ਕੀ ਲਿਖਿਆ ਸੀਗਾ ਨਾ ਜੀ, ਉੱਥੇ ਇੱਕ 16 ਫਰਵਰੀ ਨੂੰ ਕਲਾ ਭਵਨ ਪੰਜਾਬ ਦੇ ਵਿੱਚ ਉੱਥੇ ਇੱਕ ਫੰਕਸ਼ਨ ਹੋਇਆ 16 ਫਰਵਰੀ ਨੂੰ। ਉਹ ਸਨਮਾਨ ਸਮਾਰੋਹ ਵੀ ਸੀਗਾ ਤੇ ਇੱਕ ਅੰਤਰਰਾਸ਼ਟਰੀ ਸੈਮੀਨਾਰ ਵੀ ਟਾਈਪ ਸੀਗਾ। ਫਿਰ ਉਹ ਜਿਹੜਾ ਸਨਮਾਨ ਸਮਾਰੋਹ ਸੀ ਉਹਦੇ ਵਿੱਚ ਉਹ ਭਾਰਤ ਦੇ ਜਿਹੜੇ ਨੁਮਾਇੰਦੇ ਸੀ ਜਾਂ ਜਿਹੜੇ ਤੁਸੀਂ ਉਹ ਮੈਂਬਰ ਚੁਣੇ ਗਏ ਸੀ, ਉਹਨਾਂ ਨੂੰ ਸਨਮਾਨ ਤਾਂ ਆਲਰੇਡੀ ਕਰੇ ਆਏ ਹੋ ਜਾਂ ਉਹਨਾਂ ਨੂੰ ਵੀ ਪੈਂਡਿੰਗ ਦੇ ਵਿੱਚ ਰੱਖਿਆ ਜਾਂ ਇਕੱਠਿਆਂ ਨੂੰ ਰੱਖਣਾ? ਨਹੀਂ, ਇਹਨਾਂ ਨੂੰ ਦੋਵੇਂ ਸੈਪਰੇਟ ਕਰ ਲਓ। ਉਦੋਂ ਸਿਰਫ ਅਸੀਂ 11 ਬੰਦੇ ਡਿਸਾਈਡ ਕੀਤੇ ਸੀ ਵੀ 11 ਬੰਦਿਆਂ ਨੂੰ ਸਨਮਾਨ ਕੀਤਾ, ਤੇ ਜਿਹੜਾ 101 ਬੰਦੇ ਵਾਲਾ ਤਾਂ ਸੋਚਿਆ ਹੀ ਉਦੋਂ ਬਾਅਦ ਵਿੱਚ ਹੈਗਾ। ਹੁਣ ਅਸੀਂ ਕਰਨੇ ਉਸ ਤੋਂ ਬਾਅਦ ਸੋਚਿਆ ਹੈਗਾ। ਤੇ ਉਹਦੇ ਵਿੱਚ ਇੱਕ ਹਾਈ ਕੋਰਟ ਦੇ ਚੀਫ ਜਸਟਿਸ ਆਏ, ADGP ਸਾਹਿਬ ਆਏ, ਵਾਈਸ ਚਾਂਸਲਰ ਸਾਹਿਬ ਆਏ, ਕਿ HFB ਕਾਲਜ ਦੇ ਪ੍ਰਿੰਸੀਪਲ ਡਾਕਟਰ ਅਜੇ ਸਰੀਨ, ਬੜੇ ਚੰਗੇ ਲੈਵਲ ਦੇ ਜਿਹੜੇ ਬੰਦੇ ਸੀਗੇ, ਉਹਨਾਂ 11 ਬੰਦਿਆਂ ਨੂੰ ਸਨਮਾਨ ਕੀਤਾ ਗਿਆ। ਤੇ ਉਹਨਾਂ ਰਸ਼ ਉਹਨਾਂ ਦੇ ਇੱਕ ਸੁਪਰਡੈਂਟ ਦੇ ਕਹਿਣ ਨੂੰ ਕਹਿੰਦਾ ਵੀ 33 ਸਾਲ ਹੋ ਗਏ ਮੈਨੂੰ ਨੌਕਰੀ ਕਰਦੇ ਨੂੰ ਇੱਥੇ ਕਲਾ ਭਵਨ ਵਿੱਚ, ਅੱਜ ਤੱਕ ਇੰਨਾ ਇਕੱਠ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦੇ ਰਹਿਣੇ, ਇੰਨਾ ਕਦੀ ਇਕੱਠ ਇੰਨਾ ਵਧੀਆ ਨਹੀਂ ਦੇਖਿਆ। ਕਿਉਂਕਿ ਉੱਥੇ ਉਹਦੀ ਕਪੈਸਿਟੀ ਸਿਰਫ 300 ਸੀਗੀ, ਤੇ ਉੱਥੇ ਜਿਹੜੇ ਸਾਡੇ ਕੋਲ ਜਿਹੜੇ ਬੰਦੇ ਪਹੁੰਚੇ ਆ ਸਾਰੇ ਪੰਜਾਬ ਦੇ ਵਿੱਚੋਂ ਪਹੁੰਚੇ ਹੈਗੇ ਆ, ਉਹ 500 ਬੰਦਾ ਸੀ। ਕੁਝ ਬੰਦਿਆਂ ਨੂੰ ਉਹ ਹੇਠਲਾਂ ਵੀ ਭਰੇ ਆ, ਬਾਲਕੋਨੀ ਵੀ ਭਰੀ ਆ, ਕੁਝ ਮੇਲੇ ਨੂੰ ਬਾਹਰ ਵੀ ਖੜੇ ਹੈਗੇ, ਪੌੜੀਆਂ ਤੇ ਵੀ ਖੜੇ ਹੈਗਾ। ਇੰਨਾ ਇਕੱਠ ਉਹਨਾਂ ਦੇ ਕਹਿਣ ਦੇ ਮੁਤਾਬਕ, ਮੈਂ ਤਾਂ ਇੰਨੇ ਸਾਰੇ ਇਕੱਠੇ ਨਹੀਂ ਦੇਖੇ, ਉਹ ਕਹਿੰਦੇ ਜਾਂ 50-60 ਬੰਦੇ ਹੀ ਇੱਥੇ ਹੁੰਦੇ ਆ, ਵੀ ਕਦੇ ਇੰਨਾ ਇਕੱਠ ਕਦੀ ਦੇਖਿਆ ਨਹੀਂਗਾ। 500 ਬੰਦੇ ਦਾ ਇਕੱਠ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸੇ ਮਿੰਟ ਵੀ ਘਟਣਾ ਨਹੀਂਗਾ। ਨਹੀਂ ਤਾਂ ਚੰਗੀਆਂ ਕਾਨਫਰੰਸਾਂ ਦੇ ਵਿੱਚ ਉਹ ਸਵੇਰ ਦੇ ਟਾਈਮ ਜਦੋਂ VC ਸਾਹਿਬ ਹੁੰਦੇ ਜਾਂ ਵੱਡਾ ਚੀਫ ਗੈਸਟ ਉਦੋਂ ਦਾ ਰਸ਼ ਹੁੰਦਾ, ਉਦੋਂ ਬਾਅਦ ਕਈ ਵਾਰੀ 17 ਬੰਦੇ ਤੇ ਕਈ ਵਾਰੀ 27 ਬੰਦੇ। ਉਹ ਡਾਕਟਰ ਦਰਿਆ ਦੀ ਮੈਨੂੰ ਗੱਲ ਯਾਦ ਆ ਵੀ ਅਸੀਂ ਸ਼ਾਮ ਦੇ ਫੰਕਸ਼ਨ ਤੇ ਮੈਂ ਤੇ ਕਰਨ ਅਜੈਬ ਸਿੰਘ ਸੰਘਾ ਜੀ ਸਾਡੇ ਨਾਲ ਗਏ ਸੀਗੇ। ਮੇਰੀ ਤਾਂ ਵਾਰੀ ਸਵੇਰ ਨੂੰ ਆ ਗਈ ਜਦੋਂ ਓਪਨਿੰਗ ਸੈਰਾਮਨੀ ਸੀਗੀ, ਮੈਂ ਤਾਂ ਉਦੋਂ ਭਰੇ ਇਕੱਠ ਵਿੱਚ ਬੋਲ ਲਿਆ। ਤੇ ਜਦੋਂ ਸੰਘਾ ਸਾਹਿਬ ਦੀ ਵਾਰੀ ਆਈ ਤੇ ਦਰਿਆ ਸਾਹਿਬ ਉੱਥੇ ਚੀਫ ਜਿਨ੍ਹਾਂ ਨੇ ਆਪਣੀ ਰਾਏ ਦੇਣੀ ਸੀ ਲੋਕਾਂ ਨੂੰ, ਉਹਨਾਂ ਦੇ ਮੂਹਰੇ 17 ਬੰਦੇ ਬੈਠੇ। ਉਹ ਵੀ ਜਿਹੜਾ ਬੰਦਾ ਆਪਦਾ ਪੇਪਰ ਬੋਲੇ ਤੇ ਉਹ ਪੜ੍ਹ ਕੇ ਚਲੇ ਜਾਵੇ, ਕਹਿੰਦਾ ਦੱਸੋ ਮੈਂ ਰਾਏ ਕਿਹਨੂੰ ਦੇਵਾਂ। ਕਈ ਇਹੋ ਜਿਹੀਆਂ ਨਾਂ ਦੀਆਂ ਕਾਨਫਰੰਸਾਂ ਹੁੰਦੀਆਂ, ਉਹਨੂੰ ਸਗੋਂ ਉਹਨਾਂ ਨੂੰ ਚਾਹੀਦਾ ਵੀ ਇਹੋ ਜਿਹੇ ਐਸੇ ਵੱਡੇ ਲੈਵਲ ਦੀ ਉਹ ਕਰਦੇ ਆ। ਜਿੰਨੀਆਂ ਵੀ ਕਾਨਫਰੰਸਾਂ ਸਾਡੇ ਕੈਨੇਡਾ ਹੋਈਆਂ ਹੈਗੀਆਂ, ਜੇ ਸਵੇਰੇ 400 ਬੰਦਾ ਤੇ ਸ਼ਾਮ ਨੂੰ 450 ਹੁੰਦਾ ਹੈਗਾ, ਕਦੇ ਬੰਦਾ ਘਟਿਆ ਨਹੀਂ। ਇਹ ਤਾਂ ਦੇਖਣ 'ਚ ਵੀ ਆਇਆ। ਮੈਂ ਪਰਸਨਲੀ ਵੀ ਆਪਦਾ ਵੀ ਮੈਂ ਵਿਊ ਦੇਣਾ ਚਾਹਣਾ ਕਿ ਜਦੋਂ ਵਰਲਡ ਪੰਜਾਬੀ ਕਾਨਫਰੰਸ ਪਿਛਲੀ ਲਾਸਟ ਜਿਹੜੀ ਹੋਈ ਆ, ਉਹਦੇ ਵਿੱਚ ਵੀ ਜਿਹੜਾ ਮੇਲਾ ਸਵੇਰੇ ਭਰਿਆ ਮਿਲਦਾ ਸੀ। ਮੇਰਾ ਮੇਲੇ ਤੋਂ ਭਾਵ ਇਹ ਹੈ ਵੀ ਕਈ ਲੋਕਾਂ ਦਾ ਧਿਆਨ ਹੁੰਦਾ ਵੀ ਸਿਰਫ ਗੇੜਾ ਕੱਢ ਕੇ ਆ ਜਾਓ, ਪਰ ਉਹ ਗੇੜਾ ਕੱਢਣ ਵਾਲੇ ਇਹੀ ਹੁੰਦਾ ਕਿ 5-7 ਮਿੰਟ 10 ਮਿੰਟ ਵੱਧ ਤੋਂ ਵੱਧ 1 ਘੰਟਾ ਰੁਕੇ ਤੇ ਬਸ ਚਲੇ ਜਾਂਦੇ ਜੀ। ਲੇਕਿਨ ਜਿਹੜੀ ਵਰਲਡ ਪੰਜਾਬੀ ਕਾਨਫਰੰਸ ਪਿਛਲੇ ਦਿਨਾਂ ਦੇ ਵਿੱਚ ਹੋਈ ਆ, ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਓਨੇ ਦਾ ਓਨਾ ਭਰਿਆ ਹਾਲ ਜਿਹੜਾ ਨਜ਼ਰ ਆ ਰਿਹਾ ਸੀਗਾ। ਸੋ ਜਿੱਥੇ ਜਿਹੜੇ ਤੁਹਾਡੇ ਉੱਥੇ ਜਿੰਨੇ ਵੀ ਜਿਹੜੇ ਵਕਤਾ ਬੋਲਣ ਵਾਲੇ ਸੀ, ਉਹਨਾਂ ਨੂੰ ਸੁਣਨ ਵਾਲਿਆਂ ਦਾ ਵੀ ਓਨਾ ਹੀ ਭਰਪੂਰ ਯੋਗਦਾਨ ਸੀ, ਉਤਸ਼ਾਹ ਦੇਖਿਆ ਗਿਆ। ਉਹਦੇ ਰਮਨਦੀਪ ਜੀ ਤਾਂ ਮੇਰੀ ਕੋਈ ਬਾਹਲੀ ਵਡਿਆਈ ਨਹੀਂ ਗੀ। ਜਿੱਦਾਂ ਪਿਛਲੀ ਵਾਰੀ ਜੇ ਦੇਖੋ ਤੇ 137 ਬੰਦੇ ਬਾਹਰਲੇ ਕੰਟਰੀਆਂ ਤੋਂ ਆਏ ਹੈਗੇ ਆ ਜੀ।
137 ਬਾਹਰੋਂ ਆਇਆ ਤੇ ਉਹਨੂੰ ਮਿਲਣ ਵਾਲਾ ਇੱਕ ਜਾਂ ਦੋ ਬੰਦੇ ਲੈ ਕੇ ਆਉਣ ਵਾਲੇ ਜਾਂ ਉਹਦੇ ਯਾਰ ਦੋਸਤ ਉਹ ਵੀ ਨਾਲ ਆਏ ਹੈਗੇ ਆ, ਉਹੀ ਉਹਦਾ ਇਕੱਠ ਕਰ ਦਿੰਦੇ ਆ। ਇੱਕ ਕਾਨਫਰੰਸ ਹੋਈ ਜਿਹਦੇ ਵਿੱਚ ਉਹ ਹਰਜਿੰਦਰ ਸਿੰਘ ਵਾਲੀਆ ਦੱਸ ਰਹੇ, ਜਿਹਨੂੰ ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਸ਼ਾਇਦ ਤੁਸੀਂ ਜਾਣਦੇ ਹੋ। ਜੀ ਬਿਲਕੁਲ। ਤੇ ਉਹ ਕਹਿੰਦੇ ਵੀ ਇੱਕ ਨਾ ਬੈਂਗਲੌਰ ਦੇ ਵਿੱਚ ਕਾਨਫਰੰਸ ਹੋ ਰਹੀ ਮੀਡੀਆ ਦੀ, ਅੱਛਾ, ਉਹਦਾ ਨਾਂ ਰੱਖਿਆ ਅੰਤਰਰਾਸ਼ਟਰੀ ਮੀਡੀਆ ਕਾਨਫਰੰਸ। ਤੇ ਹੋਟਲ 'ਚ ਠਹਿਰੇ ਤੇ ਮੇਰੇ ਨਾਲ ਸੀ ਇੱਕ ਨੇਪਾਲ ਤੋਂ ਬੰਦੇ ਆਏ ਹੋਏ ਜੀ। ਤੇ ਮੈਂ ਉਹਨੂੰ ਕਿਹਾ ਵੀ ਲੇਟ ਹੋ ਰਿਹਾ, ਵੀ ਜਲਦੀ ਚੱਲੀਏ ਆਪਾਂ ਉੱਥੇ ਪਹੁੰਚੀਏ। ਤੇ ਉਹ ਕਹਿੰਦਾ ਵਾਲੀਆ ਸਾਹਿਬ ਅਟਕੋ, ਆਰਾਮ ਨਾਲ ਚੱਲਾਂਗੇ। ਕਹਿੰਦਾ ਮੈਂ ਉੱਥੇ ਜਾਊਂਗਾ ਤਾਂ ਹੀ ਉਹ ਇੰਟਰਨੈਸ਼ਨਲ ਬਣਨੀ ਆ, ਕਿਉਂਕਿ ਉਹ ਇਕੱਲਾ ਹੀ ਇੱਕ ਹੀ ਬੰਦਾ ਜਿਹੜਾ ਹੈਗਾ ਉਸ ਕਾਨਫਰੰਸ 'ਚ ਬਾਹਰੋਂ ਬੰਦਾ ਸੀ, ਬਾਕੀ ਸਾਰੇ ਉੱਥੋਂ ਲੋਕਲ ਸੀਗੇ। ਮੈਂ ਤੁਹਾਨੂੰ ਰਿਕੁਐਸਟ ਕਰੂੰਗਾ, ਕੋਈ ਮਾੜੀ ਗੱਲ ਨਹੀਂ ਹੁੰਦੀ, ਚੰਗੇ ਵਿਦਵਾਨ ਇੱਕ ਦੇਸ਼ ਦੇ ਵੀ ਹੋ ਸਕਦੇ ਆ, ਉਹਦਾ ਨਾਂ ਅੰਤਰਰਾਸ਼ਟਰੀ ਰੱਖਣ ਦੀ ਲੋੜ ਨਹੀਂ ਹੁੰਦੀ। ਤੁਸੀਂ ਉਦਾਂ ਵੀ ਆਪ ਦਾ ਨੈਸ਼ਨਲ ਵੀ ਕਰ ਸਕਦੇ ਹੋ, ਨੈਸ਼ਨਲ ਵੀ ਤੁਸੀਂ ਕਰ ਸਕਦੇ ਹੋ। ਪਰ ਇਹਨਾਂ ਪਤਾ ਨਹੀਂ ਕਿਉਂ ਇਹ ਹਰੇਕ ਬੰਦਾ ਵਿਸ਼ਵ ਪੰਜਾਬੀ ਕਾਨਫਰੰਸ ਦਾ ਨਾਂ ਰੱਖ ਲੈਂਦਾ। ਹੁਣ ਕਈ ਵਾਰੀ ਇਸੇ ਇੱਕ ਬੰਦੇ ਨੂੰ ਵੀਜ਼ਾ ਲੱਗਦਾ ਹੈਗਾ, ਇੱਕ ਬੰਦਾ ਬਾਹਰ ਆਉਂਦਾ, ਬਾਕੀ ਸਾਰੇ ਲੋਕਲ ਇੱਥੇ ਬੈਠੇ ਹੁੰਦੇ ਹੈਗੇ ਆ, ਤੇ ਉਹ ਵੀ ਕਾਨਫਰੰਸਾਂ ਇੱਥੇ ਹੁੰਦੀਆਂ ਜਿਹਨਾਂ 'ਚ 10 ਜਾਂ ਕਦੀ ਵੀ ਕਈ ਬਾਹਲੇ ਕਾਨਫਰੰਸਾਂ ਇੰਡੀਆ ਦੇ ਵਿੱਚ ਵੀ ਹੁੰਦੀਆਂ ਹੈਗੀਆਂ, ਇੱਕ ਜਾਂ ਦੋ ਜਾਂ ਚਾਰ ਬੰਦੇ, ਉਹ ਵੀ ਕਦੀ ਵਿਦਵਾਨ ਵੀ ਨਹੀਂ ਹੁੰਦੇ। ਤੇ ਮੈਂ ਸਮਝਦਾ ਵੀ ਜਿਹੜੀ 2019 ਚ ਕਾਨਫਰੰਸ ਹੋਈ, ਖੁਦ ਮੈਨੂੰ ਆਪ ਜੀ ਜਿਹੜੇ ਲੈਵਲ ਦੇ ਆਫਿਸਰ ਟਾਈਪ, ਵਾਈਸ ਚਾਂਸਲਰ ਸਾਹਿਬਾਨ, ਕਿੱਡੇ ਕਿੱਡੇ ਸਕਾਲਰ ਜਿਹੜੇ ਆਏ ਹੈਗੇ, ਹਰੇਕ ਯੂਨੀਵਰਸਿਟੀ ਦੇ ਬੰਦੇ, ਐਡੀ ਕਾਨਫਰੰਸ ਕਦੀ ਮੈਂ ਪਹਿਲਾਂ ਭਰਮੀ ਨਹੀਂ ਦੇਖੀ। ਸੋ ਵਰਲਡ ਪੰਜਾਬੀ ਕਾਨਫਰੰਸਿਸ ਦਾ ਤਾਂ ਵਾਕਈ ਮੈਂ ਇਸ ਚੀਜ਼ ਨੂੰ ਮੰਨਣ ਲਈ ਤਿਆਰ ਹਾਂ ਕਿ, ਔਰ ਮੈਂ ਵਾਕਈ ਤੁਹਾਨੂੰ ਮੁਬਾਰਕਬਾਦ ਵੀ ਦਿੰਦਾ ਕਿ ਜਿਹੜੇ ਪੱਧਰ ਤੇ ਔਰ ਜਿਹੜੀ ਸ਼ਿੱਦਤ ਦੇ ਨਾਲ, ਨਾ ਕਿ ਤੁਸੀਂ ਕੋਈ ਲਿਟਰੇਚਰ ਦੇ ਵਿਦਿਆਰਥੀ ਹੋ, ਨਾ ਤੁਸੀਂ ਪੰਜਾਬੀ ਦੇ ਵਿਦਿਆਰਥੀ ਹੋ, ਫਿਰ ਵੀ ਪੰਜਾਬੀ ਦੀ ਇਸ ਤਰੀਕੇ ਦੇ ਨਾਲ ਇੱਕ ਬਿਲਕੁਲ ਵੱਖਰੇ ਕਿੱਤੇ ਦਾ ਜਿਹੜਾ ਬੰਦਾ ਪੰਜਾਬੀ ਦੀ ਸੇਵਾ ਕਰ ਰਿਹਾ, ਤੇ ਉਹ ਵੀ ਇੱਕ ਮਾਣ ਵਾਲੀ ਗੱਲ ਆ ਤੁਹਾਡੇ ਲਈ ਵੀ ਔਰ ਸਾਡੇ ਲਈ ਵੀ। ਔਰ ਚੱਠਾ ਸਾਹਿਬ, 101 ਬੰਦਿਆਂ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ ਕਿ ਜੇ ਕੈਨੇਡਾ ਦੇ ਵਿੱਚੋਂ ਜਿਵੇਂ 20 ਬੰਦੇ ਮਿਲ ਜਾਂਦੇ ਆ, UK ਦੇ ਵਿੱਚੋਂ ਮਿਲ ਗਏ, ਫਿਰ ਇੰਡੀਆ 'ਚੋਂ ਮਿਲ ਗਏ, ਫਿਰ ਹੋਰ ਅਲੱਗ-ਅਲੱਗ ਕੰਟਰੀਆਂ ਨੂੰ, ਉਹਨਾਂ ਨੂੰ ਕੋਲੈਬੋਰੇਟ ਕਰ ਲਈਏ ਤਾਂ 101 ਬਣਦੇ ਨੇ ਜਾਂ ਉਸ ਤੋਂ 20 ਵੱਧ ਸਕਦੀ ਹੈ ਗਿਣਤੀ? ਨਹੀਂ, 101 ਜਿਹੜੀ ਪਹਿਲੀ ਜਿਹੜੀ ਇਸ ਸਾਲ ਦੀ ਲਿਸਟ ਹੈਗਾ, ਸਾਡੇ ਪੈਟਰਨ ਹੈਗੇ ਆ ਡਾਕਟਰ SS ਗਿੱਲ ਜੀ, ਜਿਹੜੇ ਕਿ ਵਾਈਸ ਚਾਂਸਲਰ ਫਰੀਦਕੋਟ ਮੈਡੀਕਲ ਯੂਨੀਵਰਸਿਟੀ ਦੇ ਰਹੇ ਹੈਗੇ ਆ। ਉਹਨਾਂ ਨੇ ਇੱਕ ਫੈਸਲਾ ਕੀਤਾ ਹੈਗਾ ਵੀ ਇਸ ਵਾਰੀ ਅਸੀਂ 101 ਬੰਦਿਆਂ ਨੂੰ ਹੀ ਸਨਮਾਨ ਇਸ ਲਿਸਟ ਵਿੱਚ ਪਾ ਰਹੇ ਹੈਗੇ ਆ। ਅਸੀਂ ਉਹ ਬੰਦੇ ਪਾ ਰਹੇ ਹਾਂ ਦੁਨੀਆ ਦੇ ਹਰੇਕ ਕੰਟਰੀ, ਜਿਵੇਂ ਆਸਟ੍ਰੇਲੀਆ ਹੋ ਗਿਆ, ਨਿਊਜ਼ੀਲੈਂਡ ਵੀ ਹੋ ਗਿਆ, ਯੂਰਪ ਦੇ ਕੰਟਰੀ ਹੋ ਗਏ, ਨਾਰਥ ਅਮਰੀਕਾ ਦੇ ਹੋ ਗਏ, ਇਹਨਾਂ ਸਾਰਿਆਂ 'ਚੋਂ ਉਹਨਾਂ ਬੰਦਿਆਂ ਨੂੰ ਸਿਲੈਕਟ ਕਰ ਰਿਹਾ ਰੀਅਲੀ ਜਿਨ੍ਹਾਂ ਨੇ ਪੰਜਾਬੀਅਤ ਦਾ ਨਾਂ ਰੋਸ਼ਨ ਕੀਤਾ ਹੈਗਾ। ਤੇ ਉਹ ਸਾਡੇ ਕੋਲ ਬੜੇ ਵਧੀਆ ਚੰਗੇ ਬੰਦੇ ਜਿਹੜੇ ਆ ਰਹੇ ਹੈਗੇ ਆ, ਉਹਨਾਂ ਨੂੰ ਸਿਲੈਕਟ ਕਰਾਂਗੇ। ਸਿਲੈਕਟ ਕਰਨ ਦਾ ਸਾਡਾ ਸਭ ਤੋਂ ਪਹਿਲਾਂ ਇੱਕੋ ਹੀ ਕ੍ਰਾਈਟੇਰੀਆ ਹੁੰਦਾ ਵੀ ਗੂਗਲ 'ਚ ਨਾਂ ਪਾ ਲਓ। ਅੱਛਾ, ਜੇ ਤਾਂ ਗੂਗਲ 'ਚ ਕ੍ਰਿਮੀਨਲ ਰੈਕੋਰਡ ਉਹਦਾ ਆ ਗਿਆ ਤੇ ਉਹ ਕੁਛ ਵੀ ਹੋਵੇ ਤੇ ਉਹਨੂੰ ਅਸੀਂ ਸਿਲੈਕਟ ਨਹੀਂ ਕਰ ਸਕਦੇ। ਅੱਗੇ ਇੰਡੀਵਿਜੂਅਲ ਕੋਈ ਬੰਦੇ ਕਰਦੇ ਹੈਗੇ ਆ, ਉਹਨਾਂ ਨੇ ਕਿਸੇ ਮਜਬੂਰੀ ਹਿੱਤ ਜਾਂ ਉਹਨਾਂ ਦੇ ਵੀ ਨਾਂ ਪਾਤੇ ਜਾਂਦੇ ਹੈਗੇ ਆ, ਜਿਨ੍ਹਾਂ ਨੇ ਕੁਝ ਵੀ ਨਹੀਂ ਕੀਤਾ ਹੁੰਦਾ ਜਾਂ ਥੋੜੇ ਜਿਹੇ ਉਹਨਾਂ ਨੇ ਫੀਸ ਦੇ ਦਿੱਤੀ ਹੁੰਦੀ ਹੈਗੀ। ਸਾਡੇ ਕੋਲ ਅਸੀਂ ਫੀਸ ਵੀ ਨਹੀਂ ਲੈਣੀ ਕਿਸੇ ਕੋਲੋਂ, ਤੇ ਗੂਗਲ 'ਚ ਨਾਂ ਤਾਂ ਅਸੀਂ ਪਾਉਣਾ ਹੀ ਆ। ਗੂਗਲ 'ਚ ਨਾਂ ਜਿਹੜਾ ਕਦੇ ਕੋਈ ਕ੍ਰਿਮੀਨਲ ਰੈਕਡ 'ਚ ਰਿਹਾ ਹੈਗਾ ਵਾ, ਉਸ ਬੰਦੇ ਨੂੰ ਨਾਂ ਨਹੀਂ ਪਾਉਂਦੇ। ਵੈਸੇ ਉਹ ਕ੍ਰਿਮੀਨਲ ਬੰਦੇ ਦੇ ਇੱਕ ਵਾਰੀ ਮੇਰੇ ਨਾਲ ਗੱਲ ਹੋ ਗਈ, ਉਹ ਕਹਿੰਦਾ ਜੀ ਸਾਡਾ ਸਮਾਜ ਆਹ ਕਹਿੰਦਾ ਹੈਗਾ, ਤੁਸੀਂ ਆਹ ਕਰਦੇ ਤੇ ਆਹ ਨਹੀਂ ਕਰਦੇ। ਤੇ ਮੈਂ ਬੜਾ ਉਦੋਂ ਬਾਅਦ ਹੈਰਾਨ ਹੋਇਆ ਤੇ ਹੱਸਿਆ ਬੜਾ। ਮੈਂ ਕਿਹਾ ਖੁਦ ਤੇਰਾ ਆਪਣਾ ਨਾਂ ਗੂਗਲ ਦੇ ਵਿੱਚ ਪਾਓ ਤੇ ਕ੍ਰਿਮੀਨਲ ਰੈਕਡ 'ਚ ਆਉਂਦਾ ਹੈਗਾ, ਤੇ ਤੂੰ ਕਿਹੜੇ ਸਮਾਜ ਦੀ ਗੱਲ ਕਰਦਾ? ਅਸੀਂ ਜਿਹੜਾ ਸਾਰਾ ਜ਼ੋਰ ਲੱਗਾ ਹੋਇਆ ਸਾਡਾ ਇੱਕ ਸਮਾਜ ਨੂੰ ਸੁਧਾਰਨ ਤੇ ਲੱਗਾ ਹੋਇਆ। ਬਿਲਕੁਲ ਇਸ ਜਿੰਨੀ ਕੁ ਉਮਰ 'ਚ ਮੈਂ ਪਹੁੰਚ ਚੁੱਕਾ ਹੈਗਾ, ਇਹ ਸੋਸ਼ਲ ਐਕਟੀਵਿਟੀਜ਼ ਕਰਦਾ ਕਰਕੇ ਸਾਡੇ 'ਚ એનર્ਜੀ ਆ। ਜੇ ਮੈਂ ਇਹ ਐਕਟੀਵਿਟੀਜ਼ ਨਾ ਕਰ, ਮੈਂ ਕਹਿੰਦਾ ਨਾ ਮੈਂ ਆਪਣੇ ਲਾਲਚ ਨੂੰ ਕਰਦਾ। ਜੇ ਜਿਹੜੀ ਉਮਰ ਰਿਟਾਇਰਮੈਂਟ ਦੀ ਉਮਰ ਤੋਂ ਮੈਂ ਟੱਪ ਚੁੱਕਾ ਹੈਗਾ, ਤੇ ਜੇ ਅੱਜ ਉਹ એનર્ਜੀ ਹੈਗੀ ਆ ਤੇ ਆ ਸੋਸ਼ਲ ਕੰਮ ਕਰਨ ਕਰਕੇ ਕਰਦਾ। ਹੁਣ ਤੁਸੀਂ ਕਹਿੰਦੇ ਵੀ ਰਾਈਟਰ ਨਿਗਾ, ਤੇਰਾ ਸਾਹਿਤ ਨਾਲ ਸੰਬੰਧ ਕੋਈ ਨਿਗਾ, ਠੀਕ ਆ। ਜੇ ਮੈਂ ਹੁਣ ਇੱਕ ਦਿਨ ਪਰਸੋਂ ਦੇਖਣ ਡਿਆ ਸੀ ਤੇ ਮੇਰੀਆਂ 12 ਕਿਤਾਬਾਂ ਹੋ ਚੁੱਕੀਆਂ ਜਿਹੜੀਆਂ ਮੈਂ ਸੰਪਾਦਿਤ ਕੀਤੀਆਂ, ਲਿਖੀਆਂ ਜਾਂ ਲਿਖਾਈਆਂ। ਸਿਰਫ ਕਿ ਉਹ ਜਿਹਨੇ ਇੱਕ ਕਿਤਾਬ ਲਿਖੀ ਹੈਗੀ ਆ ਫੁੱਲਾਂ ਪੱਤਿਆਂ ਦੀ, ਉਹ ਤਾਂ ਰਾਈਟਰ ਹੈਗਾ। ਤੇ ਜਿਹੜਾ ਮੈਂ 12 ਕਿਤਾਬਾਂ ਅੱਜ ਤੱਕ ਲਿਖ ਚੁੱਕਾ, ਲਿਖਵਾ ਚੁੱਕਾ ਹੈਗਾ ਵਾ, ਤੇ ਮੈਂ ਰਾਈਟਰ ਨੇਗਾ। ਨਹੀਂ, ਮੈਂ ਥੋੜਾ ਜਿਹਾ ਤੁਹਾਨੂੰ ਸਿਰਫ ਆਪਣੀ ਗੱਲ ਨੂੰ ਹੀ ਸੋਧ ਕੇ ਤੁਹਾਨੂੰ ਪੇਸ਼ ਕਰ ਰਿਹਾ ਕਿ ਇੱਕ ਬਿਲਕੁਲ ਵੱਖਰੇ ਜਿਵੇਂ ਕਿੱਤੇ ਦਾ ਬੰਦਾ ਜਿਹੜਾ, ਬਿਲਕੁਲ ਤੁਸੀਂ ਪੰਜਾਬੀ ਹੋ, ਪੰਜਾਬੀਅਤ ਨਾਲ ਵਾਬਸਤਾ ਹੋ, ਲੇਕਿਨ ਜਿਹੜੀ ਸ਼ਿੱਦਤ ਆਮ ਪੰਜਾਬੀ ਦੇ ਵਿਦਿਆਰਥੀਆਂ 'ਚ ਜਾਂ ਪੰਜਾਬੀ ਨਾਲ ਸੰਬੰਧਿਤ ਲਿਟਰੇਚਰ ਦੇ ਵਿਦਿਆਰਥੀਆਂ ਦੇ ਵਿੱਚ ਹੋਣੀ ਚਾਹੀਦੀ ਸੀ, ਉਦੋਂ ਕਈ ਗੁਣਾ ਵੱਧ ਤੁਹਾਡੇ 'ਚ ਹੈ। ਬੇਸ਼ੱਕ ਜਦੋਂ ਤੁਸੀਂ ਵਰਲਡ ਪੰਜਾਬੀ ਕਾਨਫਰੰਸ ਸ਼ੁਰੂ ਕੀਤੀ ਹੋਣੀ ਹੈ, ਉਦੋਂ ਤੁਹਾਡੀ ਸ਼ਾਇਦ ਕਿਤਾਬ ਆਈ ਹੋਣੀ ਹੈ ਜਾਂ ਨਹੀਂ ਆਈ ਹੋਣੀ, ਜਾਂ ਸ਼ਾਇਦ ਉਹਦੇ ਬਾਰੇ ਸੁਪਨਾ ਵੀ ਨਹੀਂ ਲਿਆ ਹੋਣਾ। ਤੇ ਪਰ ਜਦੋਂ ਤੁਸੀਂ ਵਰਲਡ ਪੰਜਾਬੀ ਕਾਨਫਰੰਸ ਦਾ ਉਪਰਾਲਾ ਕਰਨਾ ਸ਼ੁਰੂ ਕੀਤਾ
ਤਾਂ ਤੁਹਾਡੀਆਂ 12 ਦੀਆਂ 12 ਕਿਤਾਬਾਂ ਜਿਹੜੀਆਂ ਉਹ ਜਿਹੜਾ ਪੰਜਾਬੀ ਜ਼ੁਬਾਨ ਦੇ ਜਿਹੜੇ ਸਾਡੇ ਬਸ਼ਿੰਦੇ ਉਹਨਾਂ ਦੇ ਝੋਲੀ ਦੇ ਵਿੱਚ ਪਾਈਆਂ। ਇਹ ਵੀ ਬਹੁਤ ਵੱਡੀ ਗੱਲ ਉਹਦੇ ਲਈ ਰਮਨ ਜੀ ਮੈਂ ਥੋੜੀ ਹੋਰ ਵੀ ਕਲੀਅਰ ਕਰ ਦਵਾਂ ਜੀ। 2016 ਤੋਂ ਪਹਿਲਾਂ ਜੀ ਕਦੀ ਕਿਸੇ ਨੇ ਸੋਚਿਆ ਨਹੀਂ ਹੋਣਾ ਵੀ ਨੈਤਿਕਤਾ ਦਾ ਸਬਜੈਕਟ ਵੀ ਪੜਾਉਣ ਦੀ ਲੋੜ ਹੈਗੀ ਆ। ਜਦੋਂ ਹੀ ਭਾਲਣ ਲੱਗੇ ਸਾਨੂੰ ਕੋਈ ਕਿਤਾਬ ਨਹੀਂ ਲੱਭੀ, ਅਸੀਂ ਸਾਰਿਆਂ ਕੋਲ ਸਰਚ ਕਰਕੇ ਇੱਕ ਨੈਤਿਕ ਨਿਯਮ ਦੀ ਕਿਤਾਬ ਤਿਆਰ ਕੀਤੀ। ਤਾਂ ਅਸੀਂ ਮਹਾਰਾਣੀ ਜੀ ਨੂੰ ਮਿਲ ਕੇ ਵਿਕਾਸ ਕਾਨਫਰੰਸ ਕਰਾ ਕੇ ਮਹਾਰਾਣੀ ਦੀ ਕਿਰਪਾ ਦੇ ਨਾਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਿੱਚ ਨੈਤਿਕ ਸਿੱਖਿਆ ਦਾ ਸਬਜੈਕਟ ਲੱਗ ਗਿਆ। ਉਹ ਵੀ ਸਾਡੀ ਵਰਲਡ ਪੰਜਾਬੀ ਕਾਨਫਰੰਸ ਨੂੰ ਕ੍ਰੈਡਿਟ ਤਾਂ ਜਾਂਦਾ ਹੀ ਆ ਜੀ। ਜੀ ਜੀ। ਤੇ ਐਤਕੀ ਕਰੋਨਾ 'ਚ ਵਿਹਲਾ ਬੈਠਿਆ ਨੇ, ਜਦੋਂ ਮੈਂ 1.5 ਮਹੀਨਾ ਉੱਥੇ ਨਹੀਂ ਆ ਸਕਿਆ ਤੇ ਬੈਠੇ ਨੇ ਸੋਚਿਆ ਵੀ ਕੁਝ ਕੰਮ ਕੀਤਾ ਜਾਵੇ। ਤੇ ਆਹ ਜਿਹੜੀ ਅਧਿਆਪਕ ਕਿਤਾਬ ਹੈਗੀ ਆ, ਅੱਜ ਤੱਕ ਅਧਿਆਪਕਾਂ ਦੇ ਹੱਕ ਦੇ ਵਿੱਚ ਕਿਸੇ ਨੇ ਕੋਈ ਕੋਟੇਸ਼ਨ ਪੜ੍ਹੀ ਹੋਊਗੀ, 1 ਪੇਜ ਦਾ ਆਰਟੀਕਲ ਲਿਖਿਆ ਹੋਊ, 2 ਪੇਜ ਦਾ ਆਰਟੀਕਲ ਲਿਖਿਆ ਹੋਊਗਾ। ਇਹ 92 ਪੇਜ ਦੀ ਇੱਕ ਕਿਤਾਬ ਅਧਿਆਪਕਾਂ ਦੇ ਬਾਰੇ ਲਿਖੀ ਗਈ। ਅਧਿਆਪਕ ਦੇ ਗੁਣ ਕੀ ਹੋਣੇ ਚਾਹੀਦੇ ਆ, ਅਧਿਆਪਕ ਕਿਹੜਾ ਚੰਗਾ ਅਧਿਆਪਕ ਹੁੰਦਾ ਹੈਗਾ ਵਾ। ਉਹ ਮੇਰੇ ਖਿਆਲ ਇਹ ਪਹਿਲੀ ਕਿਤਾਬ ਹੈਗੀ ਆ। ਇਹ ਕਿਤਾਬ ਜਿਹੜੀ ਆ ਇਸ ਵੇਲੇ 5000 ਛਪ ਚੁੱਕੀ ਆ। ਜਿਹੜੀ 5000 ਛਪੀ ਹੈਗੀ ਆ, ਇਹ 5000 ਹੀ ਵਿਕਣੀ ਆ। ਇਹ ਇੱਕ ਵੀ ਕਿਸੇ ਨੂੰ ਫ੍ਰੀ ਨਹੀਂ ਦੇਣੀ। ਅੱਛਾ, ਇਹ ਵੀ ਸਾਡਾ ਇੱਕ ਪੰਜਾਬੀ ਕਿਤਾਬਾਂ ਦਾ ਬੜਾ ਪ੍ਰੋਬਲਮ ਉਹ ਕਹਿੰਦੇ ਆਉਂਦੀ ਆ, ਅਸੀਂ ਜੀ ਲਿਖਦਿਆਂ ਕੋਈ ਖਰੀਦਦਾ ਨਹੀਂਗਾ। ਜੋ ਮੈਂ ਕਿਹਾ ਤੁਸੀਂ ਖਰੀਦਦੇ ਕਿਉਂ ਨੇਗੇ, ਕਹਿੰਦੇ ਵਿੱਚ ਕੋਈ ਖਰੀਦਣ ਵਾਲਾ ਹੋਵੇ ਤਾਂ ਫੇਰ ਹੀ ਅਸੀਂ ਪੜ੍ਹੀਏ। ਤੇ ਇਹ ਮੈਂ ਕਿਤਾਬ ਤੁਹਾਨੂੰ ਦੱਸਾਂ, ਆਲਰੇਡੀ 5000 ਦਾ ਸਾਨੂੰ ਆਰਡਰ ਆ ਚੁੱਕਾ ਹੈਗਾ। ਇਹ 5000 ਹੀ ਵਿਕਣੀ ਆ ਤੇ ਉਹਦਾ 5000 ਹੋਰ ਛਾਪਣੀ ਪਵੇ। ਇੱਕ ਮੈਨੂੰ ਕੱਲ ਹੀ ਦੱਸ ਰਿਹਾ ਹੈਗਾ, ਯਾਰ ਇਹ ਕਹਿੰਦਾ ਇੱਕ ਬਹੁਤ ਚੰਗਾ ਤੁਸੀਂ ਰੁਝਾਨ ਪਾ ਦਿਓਗੇ ਵੀ ਪੰਜਾਬੀ ਕਿਤਾਬ ਵੀ ਲੋਕ ਖਰੀਦ ਕੇ ਪੜ੍ਹਨ। ਮੈਂ ਕਿਹਾ ਫ੍ਰੀ ਮਿਲਣੀ ਨਹੀਂ, ਫ੍ਰੀ ਨਹੀਂ ਮਿਲਣੀ। ਸਰ ਇੱਕੋ ਗੱਲ ਰੱਖੋ, ਕਦੀ ਕਿਸੇ ਕੋਲ ਫ੍ਰੀ ਕਿਤਾਬ ਨਾ ਫੜੋ ਜੀ। ਪੜੋ ਨਹੀਂ, ਮੈਂ ਕਹਿ ਰਿਹਾ ਫੜੋ। ਕਿਉਂ ਜੋ ਤੁਸੀਂ ਕਿਤਾਬ ਅਗਲਾ ਤੁਹਾਨੂੰ ਫ੍ਰੀ ਫੜਾਉਂਦਾ ਤੇ ਤੁਸੀਂ ਫੜਦੇ ਆ ਨਾ। ਪਰ ਚੱਠਾ ਸਾਹਿਬ ਕਈ ਵਾਰੀ ਤੁਸੀਂ ਦੇਖਿਆ ਹੋਣਾ, ਜਿਹੜੇ ਰਾਈਟਰਸ ਹੁੰਦੇ ਆ ਉਹ ਇੱਕ ਪਿਆਰ ਭੇਟਾ ਲਿਖ ਕੇ ਤੁਹਾਨੂੰ ਕਿਤਾਬ ਦੇ ਦਿੰਦੇ ਆ ਵੀ ਇਹ ਪਿਆਰ। ਤੁਹਾਡੀ ਤਾਂ ਕੋਈ ਚੁਆਇਸ ਨਹੀਂ। ਹਾਂਜੀ, ਅਗਲੇ ਨੇ ਆਪਦੀ ਕਿਤਾਬ ਦੇ ਦਿੱਤੀ, ਉਹਨੇ ਆਪਦੀਆਂ ਸਿਫਤਾਂ ਲਿਖੀਆਂ। ਉਹਦਾ ਕਦੋਂ ਉਹਨੂੰ ਧੁੱਪ ਚੰਗੀ ਲੱਗਦੀ, ਕਦੋਂ ਉਹਨੂੰ ਛਾਂ ਚੰਗੀ ਲੱਗਦੀ ਹੈਗੀ ਆ। ਤੁਹਾਨੂੰ ਤਾਂ ਉਹਦਾ ਫਾਇਦਾ ਨਹੀਂਗਾ, ਤੁਸੀਂ ਉਹਨੂੰ ਖਰੀਦਣਾ ਨਹੀਂ ਚਾਹੁੰਦੇ। ਜੀ 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 ਜੀ, ਉਹਦੇ ਕੋਲੋਂ ਤੁਸੀਂ ਉਹ ਕਿਤਾਬ ਲੈ ਰਹੇ ਹੋ ਤੁਸੀਂ। ਸੋ ਇੱਕ ਬ੍ਰੇਕ ਲੈ ਲਈਏ। ਬ੍ਰੇਕ ਤੋਂ ਬਾਅਦ ਚੱਠਾ ਸਾਹਿਬ ਜਲਦ ਹਾਜ਼ਰ ਹੋਣੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋ ਰਹੇ ਹਾਂ। ਇਉਂ ਗਏ ਤੇ ਇਉਂ ਆਏ। ਬ੍ਰੇਕ ਤੋਂ ਬਾਅਦ ਕਿ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ, ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ, ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, strong online presence, open houses until sold, negotiable commission, property कोई भी होवे, residential building, commercial spaces, hotels, gas stations, motels and many more। अपनी ड्रीम प्रॉपर्टी लैन लई आज ही संपर्क करो सुनील गर्ग ਨੂੰ 2042920177 ਤੇ। इंडियन cuisine ਦਾ ਸਵਾਦ ਹੁਣ ਕੈਨੇਡਾ 'ਚ? ਜੀ ਹਾਂ, ਇੰਡੀਅਨ cuisine ਦਾ ਸਵਾਦ ਮਿਲੇਗਾ ਵਿਨੀਪੈਗ ਮੈਨੀਟੋਬਾ ਦੇ ਸਿਰਫ ਤੇ ਸਿਰਫ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ ਦੇ ਵਿੱਚ। ਉਹ ਵੀ ਕਿਸੇ ਇੱਕ ਜਗ੍ਹਾ ਨਹੀਂ, ਬਲਕਿ ਕਲੇ ਓਵਨ ਈਸਟ ਇੰਡੀਅਨ ਰੈਸਟੋਰੈਂਟ serves you on 3 locations. For memorable food and exceptional value, you can contact us at, you can also mail us at। ਹੁਣ ਤੁਹਾਡੇ ਸੁਪਨਿਆਂ ਦਾ ਘਰ ਖਰੀਦਣਾ ਤੇ ਪ੍ਰਾਪਰਟੀ ਨੂੰ ਵੇਚਣਾ ਹੋਇਆ ਹੋਰ ਵੀ ਸੁਖਾਲਾ, ਕਿਉਂਕਿ ਹੁਣ ਹਰਪ੍ਰੀਤ ਰੱਖਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਣਗੇ ਤੁਹਾਡਾ ਸਾਥ। ਹਰਪ੍ਰੀਤ ਰੱਖਰਾ ਦਿਵਾਉਣਗੇ ਤੁਹਾਡੀ ਪ੍ਰਾਪਰਟੀ ਤੇ ਬੈਸਟ ਅਤੇ ਫਾਇਦੇਮੰਦ ਡੀਲ। ਅੱਜ ਹੀ ਆਪਣਾ ਨਵਾਂ ਘਰ ਪ੍ਰੀ ਕੰਸਟਰਕਸ਼ਨ ਸਾਈਟ ਜਾਂ ਕੰਡੋਜ਼ ਬੁੱਕ ਕਰਾਉਣ ਲਈ ਕਾਲ ਕਰੋ ਹਰਪ੍ਰੀਤ ਰੱਖੜਾ ਨੂੰ 6477205454 ਤੇ 647 720 5454 ਤੇ। ਪ੍ਰੀਤ ਟੀਵੀ ਵਾਲ ਮਾਊਂਟਿੰਗ ਐਂਡ ਨੈਟਵਰਕਿੰਗ ਸਰਵਿਸਿਜ਼, ਜਿਨ੍ਹਾਂ ਤੋਂ ਤੁਸੀਂ ਨੈਟਵਰਕ ਕੇਬਲਿੰਗ ਐਕਸੈਸਰੀ ਲੈ ਸਕਦੇ ਹੋ। HD ਐਂਟੇਨਾ ਵੀ ਇੰਸਟਾਲ ਕਰਦੇ ਨੇ। ਇਹਨਾਂ ਤੋਂ ਤੁਸੀਂ ਅਨਲਿਮਿਟਿਡ ਇੰਟਰਨੈਟ ਅਤੇ ਹੋਮ ਫੋਨ ਪੈਕੇਜ ਵੀ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਪ੍ਰੀਤ ਨੂੰ 416 843 0208 416 843 0208। ਇਹਨਾਂ ਤੋਂ ਤੁਸੀਂ ਘਰ ਦਫ਼ਤਰ ਲਈ ਸਿਕਿਉਰਿਟੀ ਕੈਮਰਾ ਵੀ ਇੰਸਟਾਲ ਕਰਵਾ ਸਕਦੇ ਹੋ।
ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਔਰ ਪ੍ਰੋਗਰਾਮ ਦਾ ਨਾਮ ਹੈ ਵਿਜ਼ਨ ਪ੍ਰਾਈਮ ਟਾਈਮ ਸ਼ੋ। ਸੋਮਵਾਰ ਤੋਂ ਲੈ ਕੇ ਵੀਰਵਾਰ ਵਾਲੇ ਦਿਨ ਤੱਕ ਅਸੀਂ ਇਸ ਪ੍ਰੋਗਰਾਮ ਨੂੰ ਤੁਹਾਡੀ ਸੇਵਾ 'ਚ ਹਾਜ਼ਰ ਕਰਦੇ ਹਾਂ ਔਰ ਇਸ ਦਾ ਸਮਾਂ ਹੁੰਦਾ ਹੈ 7 ਤੋਂ 8 ਔਰ ਨਵੇਂ ਅਤੇ ਵਿਲੱਖਣ ਅੰਦਾਜ਼ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿੱਥੇ ਸਮਾਜ ਦੀ ਸੇਵਾ ਹੋ ਸਕੇ ਔਰ ਸਮਾਜ ਦੇ ਵਿੱਚ ਅਵੇਅਰਨੈਸ ਫੈਲ ਸਕੇ। ਇਸੇ ਲੜੀ ਦੇ ਵਿੱਚ ਅੱਜ ਅਜੈਬ ਸਿੰਘ ਚੱਠਾ ਜੀ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਹੋਏ ਨੇ। ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਦੇ ਨੇ। ਪਿਛਲੇ ਕਾਫੀ ਸਾਲਾਂ ਤੋਂ ਇਹ ਜਿਹੜਾ ਵਰਲਡ ਪੰਜਾਬੀ ਕਾਨਫਰੰਸ ਆ ਉਹਦਾ ਉਪਰਾਲਾ ਕਰਦੇ ਆ ਰਹੇ ਨੇ। ਜਗਤ ਪੰਜਾਬੀ ਸਭਾ ਵੀ ਇੱਕ ਪਿਛਲੇ 1.5 ਸਾਲ ਤੋਂ ਜਿਹੜੀ ਹੋਂਦ ਦੇ ਵਿੱਚ ਆਈ ਹੈ ਔਰ ਉਸਦੇ ਜਿਹੜੇ ਕੰਮ ਨੇ ਉਹਨਾਂ ਬਾਰੇ ਅਸੀਂ ਚਰਚਾ ਕਰ ਰਹੇ ਹਾਂ। ਸੋ ਇੱਕ ਵਾਰੀ ਤੁਹਾਡਾ ਫਿਰ ਤੋਂ ਸਵਾਗਤ ਹੈ ਚੱਠਾ ਸਾਹਿਬ। ਮਿਹਰਬਾਨੀ। ਸੋ ਚੱਠਾ ਸਾਹਿਬ, ਜਿਹੜੀ ਅਧਿਆਪਕ ਕਿਤਾਬ ਦੀ ਤੁਸੀਂ ਗੱਲ ਕੀਤੀ ਹੈ, ਇੱਕ ਹੋਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਸ਼ਾਰਟ ਮੂਵੀ ਵੀ ਉਹ ਵੀ ਦੇਖਣ ਨੂੰ ਮਿਲੀ, ਉਹਦੇ ਬਾਰੇ ਵੀ ਮੈਂ ਜਾਣਨਾ ਚਾਹੁੰਦਾ ਵੀ ਉਹ ਕਿਸ ਤਰ੍ਹਾਂ ਤੁਹਾਡੇ ਜ਼ਿਹਨ ਦੇ ਵਿੱਚ ਆਈਡੀਆ ਆਇਆ ਔਰ ਕਿਸ ਤਰ੍ਹਾਂ ਤੋਂ ਤੁਸੀਂ ਉਹਨੂੰ ਜਿਹੜਾ ਹੈ ਫਿਲਮਾਂਕਣ ਕੀਤਾ। ਮੇਰੇ ਦਿਮਾਗ ਵਿੱਚ ਜਦੋਂ ਕਿਤਾਬ ਲਿਖਣ ਦੀ ਗੱਲ ਕਰ ਰਹੇ ਸੀਗੇ ਜੀ ਤੇ ਉਹ ਆਈਡੀਆ ਆਇਆ। ਉਹ ਆਈਡੀਆ ਮੈਂ ਮੁੜ ਕੇ ਲੱਖਾ ਲਹਿਰੀ ਜਿਹੜੇ ਫਿਲਮਾਂ ਦੇ ਬਹੁਤ ਤਕੜੇ ਕਲਾਕਾਰ ਨੇ ਜੀ ਉਹਨਾਂ ਨਾਲ ਮੈਂ ਗੱਲ ਕੀਤੀ। ਅਸੀਂ ਬੈਠੇ ਨੇ ਸਲਾਹ ਕਰਕੇ ਤੇ ਮੈਂ ਡਾਇਲਾਗ ਲਿਖਦੇ ਵੀ ਮੈਂ ਕਿਹਾ ਆਹ ਡਾਇਲਾਗ ਲਿਖਦੇ ਹੈਗੇ ਤੁਸੀਂ ਬੰਦੇ ਭਾਲੋ। ਉਹਦਾ ਟੀਚਰ ਦਾ ਸੀਨੀਅਰ ਦਾ ਮੈਨੂੰ ਐਡਾ ਵਧੀਆ ਰੋਲ ਲੱਗਿਆ। ਲੱਖੇ ਲਹਿਰੀ ਨੂੰ ਮੈਂ ਕਿਹਾ ਵੀ ਲੱਖੇ ਇਹ ਡਾਇਲਾਗ ਮੈਂ ਬੋਲਣੇ ਆ। ਅੱਛਾ। ਬਿਨਾਂ ਬਿਲਕੁਲ ਤਿਆਰੀ ਤੋਂ ਉਸੇ ਦਿਨ ਹੀ ਅਸੀਂ ਕੈਮਰੇ ਲੈ ਚੜ੍ਹਦੀ ਕਲਾ ਤੋਂ ਤੇ ਯੂਨੀਵਰਸਿਟੀ ਜਾ ਕੇ ਤੇ 4 ਘੰਟਿਆਂ ਦੇ ਵਿੱਚ ਅਸੀਂ ਉਹ 5 ਮਿੰਟ ਤੋਂ ਲੈ ਕੇ 6 ਮਿੰਟ ਦੀ ਅਸੀਂ ਮੂਵੀ ਬਣਾਤੀ। ਤੇ ਉਹ ਪੂਰੇ ਪਿਛਲੇ 3 ਮਹੀਨਿਆਂ ਦੇ ਵਿੱਚੋਂ ਉਹਦੇ ਜਿਹੜੇ ਵਿਊ ਹੈਗੇ ਆ ਉਹ 52,000 ਤੋਂ ਉੱਪਰ ਟੱਪ ਚੁੱਕੇ ਹੈਗੇ। ਵਾਹ ਵਾਹ ਵਾਹ। ਉਹ ਇੱਕ ਤੇ ਹੈਗਾ ਜਿਹੜਾ YouTube ਤੇ ਲੱਖਾ ਲਹਿਰੀ ਨੇ ਪਾਈ, ਉਹ ਤੋਂ ਬਿਨਾਂ ਜਿਹੜੇ ਹੋਰਾਂ ਨੇ ਪਾਏ, ਕਿਸੇ ਨੇ 5 ਹੋਏ ਕਿਸੇ 10 ਹੋਏ ਹੋਣਗੇ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਅਧਿਆਪਕ ਦਾ ਐਡਾ ਉੱਚਾ ਕਰੈਕਟਰ, ਐਡੀ ਵੱਡੀ ਨੈਤਿਕਤਾ ਦਾ ਗੁਣ ਨਹੀਂ ਦੇਖਿਆ। ਉਹ ਮੈਨੂੰ ਇੰਨਾ ਪਿਆਰਾ ਲੱਗਾ, ਇਸ ਕਰਕੇ ਮੈਂ ਉਹਨੂੰ ਰਿਕੁਐਸਟ ਖੁਦ ਆਪ ਹੀ ਕੀਤੀ। ਮੈਂ ਕਿਹਾ ਲੱਖੇ ਬਾਕੀ ਲਈ ਹੀਰੋ ਜਿਹੜਾ ਮਰਜ਼ੀ ਦੇ ਕਰੈਕਟਰ ਭਾਲ ਲਾ, ਮੈਂ ਚਾਹੁੰਦਾ ਹੈਗਾ ਮੈਂ ਇਹ ਡਾਇਲਾਗ ਮੈਂ ਬੋਲਾਂ। ਉਹ ਕਹਿੰਦਾ ਤੁਸੀਂ ਬੋਲੋ। ਮੈਂ ਬਹੁਤ ਸਧਾਰਨ ਵੈਸੇ ਹੀ ਉਸੇ ਦਿਨ ਬਿਨਾਂ ਤਿਆਰੀ ਤੋਂ ਉਸੇ ਵੇਲੇ ਡਾਇਲਾਗ ਬੋਲ ਦਿੱਤੇ ਤੇ ਉਹ ਮੈਨੂੰ ਵਧੀਆ ਲੱਗੇ। ਮੈਂ ਅੱਜ ਤੱਕ ਪਹਿਲਾਂ ਮੈਂ ਨਾ ਕੋਈ ਡਰਾਮੇ ਦੀ ਟ੍ਰੇਨਿੰਗ ਲਈ ਆ, ਨਾ ਕੋਈ ਪਿਕਚਰ ਦਾ ਰੋਲ ਕੀਤਾ, ਨਾ ਕਦੀ ਕਰਨ ਦਾ ਮੂਡ ਹੈਗਾ। ਪਰ ਉਹ ਇੱਕ ਅਧਿਆਪਕ ਦੇ ਬਹੁਤ ਹੀ ਵਧੀਆ ਸੀਗਾ ਕਰੈਕਟਰ, ਉਹਦਾ ਬਹੁਤ ਵਧੀਆ ਦਿਖਾਇਆ ਗਿਆ। ਇਸ ਕਰਕੇ ਮੈਨੂੰ ਚੰਗਾ ਲੱਗਾ। ਉਹ ਟੀਚਰ ਮੂਵੀ ਜੇਕਰ ਬੰਦਾ ਦੇਖ ਸਕਦਾ 5 ਜਾਂ 6 ਮਿੰਟ ਹੁੰਦੇ, ਕੁਝ ਵੀ ਨਹੀਂ ਹੁੰਦੇ ਤੇ ਬੜੀ ਵਧੀਆ ਲੱਗੀ। ਸੋ ਮੈਂ ਵੀ ਉਹ ਦੇਖਣ ਦਾ ਮੈਨੂੰ ਮੌਕਾ ਮਿਲਿਆ ਔਰ ਉਹਦੇ ਵਿੱਚ ਬੜਾ ਜ਼ਬਰਦਸਤ ਇੱਕ ਟੀਚਰ ਦਾ ਅਕਸ ਦਿਖਾਇਆ ਕਿ ਟੀਚਰ ਅਸਲ ਦੇ ਵਿੱਚ ਕੀ ਹੁੰਦਾ। ਸਹੀ ਮਾਇਨਿਆਂ ਦੇ ਵਿੱਚ ਜਿਹੜੀ ਟੀਚਰ ਦੀ ਸ਼ਖਸੀਅਤ ਹੈ ਜਾਂ ਟੀਚਰ ਦਾ ਇੱਕ ਕਿਰਦਾਰ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਉਹ ਬੜੀ ਸੋਹਣੀ ਪੇਸ਼ਕਾਰੀ ਉਹ ਜਿਹੜੀ ਤੁਹਾਡੀ ਕੀਤੀ ਗਈ ਹੈ, ਉਹਦੇ ਲਈ ਵੀ ਤੁਸੀਂ ਮੁਬਾਰਕਬਾਦ ਦੇ ਪਾਤਰ ਹੈ। ਔਰ ਅਜਿਹਾ ਜਿਹੜਾ ਕੰਮ ਹੈ ਉਹ ਕਿਸੇ ਆਮ ਜਾਂ ਕਿਸੇ ਵੀ ਜ਼ਿਹਨ ਦੇ ਵਿੱਚ ਆਉਣਾ ਇਹ ਸੁਭਾਵਿਕ ਨਹੀਂ ਹੁੰਦਾ, ਜਿਵੇਂ ਤੁਸੀਂ ਉਹਨੂੰ ਚੁਣ ਕੇ ਚੀਜ਼ਾਂ ਲੈ ਕੇ ਆ ਰਹੇ ਹੋ। ਹੁਣ ਵਰਲਡ ਪੰਜਾਬੀ ਕਾਨਫਰੰਸ ਦੀ ਗੱਲ ਕਰੀਏ ਤਾਂ ਜਿਵੇਂ ਤੁਸੀਂ 101 ਬੰਦਿਆਂ ਨੂੰ ਇਸ ਵਾਰੀ ਸਨਮਾਨਿਤ ਕਰਨ ਦਾ ਜਿਹੜਾ ਉਪਰਾਲਾ ਕਰ ਰਹੇ ਹੋ ਔਰ ਉਹਦੇ ਨਾਲ ਵਰਲਡ ਪੰਜਾਬੀ ਕਾਨਫਰੰਸ ਵੀ ਕੋਈ ਅਟੈਚ ਕਰਨ ਜਾ ਰਹੇ ਹੋ ਜਾਂ ਉਹ ਪ੍ਰੋਗਰਾਮ ਵੱਖ ਰਹੇਗਾ? ਉਹ ਪ੍ਰੋਗਰਾਮ ਤਾਂ ਵੱਖ ਰਹੂਗਾ, ਪਰ ਸਾਨੂੰ 101 ਨੂੰ ਡਿਸਾਈਡ ਕਰਦਿਆਂ ਨੂੰ ਉਹਦਾ ਪਹਿਲਾਂ ਮੈਗਜ਼ੀਨ ਛਾਪਦਿਆਂ ਨੂੰ, ਮੁੜ ਕੇ ਕਾਫੀ ਟੇਬਲ ਬੁੱਕ ਜਿਹੜੀ ਹੈ ਛਾਪਦਿਆਂ ਨੂੰ, ਮੈਨੂੰ ਇਹ ਲੱਗਦਾ ਹੈਗਾ ਵੀ ਇਹ ਜੂਨ 2021 ਤੱਕ ਹੀ ਤਿਆਰ ਹੋਊਗੀ ਤੇ ਸ਼ਾਇਦ ਇਹ ਰਿਲੀਜ਼ ਵੀ ਉਸ ਦਿਨ ਹੀ ਹੋਵੇ। ਜੇ ਆਟੋਮੈਟਿਕਲੀ ਨਾਲ ਦੋਨੋਂ ਇਕੱਠੇ ਹੋ ਹੀ ਜਾਣੇ, ਅਟੈਚ ਹੋ ਸਕਦੇ ਆ। ਔਰ ਜਿਹੜੇ 101 ਜਿਹੜੇ ਵਿਅਕਤੀ ਜਾਂ 101 ਸ਼ਖਸੀਅਤਾਂ ਤੁਸੀਂ ਜਿਹੜੀਆਂ ਤੁਸੀਂ ਮੁਲਾਈ ਇਕੱਠੀ ਕਰ ਰਹੇ ਹੋ ਉਹ ਸਾਰੇ ਦੇ ਸਾਰੇ ਫਿਰ ਕੈਨੇਡਾ ਦੇ ਵਿੱਚ ਹੀ ਆਉਣਗੇ ਜਾਂ ਕਿਸ ਤਰ੍ਹਾਂ ਦਾ ਕੀ ਤੁਸੀਂ ਏਜੰਡਾ ਰੱਖਿਆ? ਨਹੀਂ, ਇਹ ਪੋਸੀਬਲ ਨਹੀਂ ਹੋਣਾ। ਸਾਰੇ 101 ਕੈਨੇਡਾ ਦੇ ਵਿੱਚ ਇੱਥੇ ਨਹੀਂ ਆ ਸਕਦੇ। ਜਿਹੜੇ ਕੈਨੇਡਾ ਵਾਲੇ ਹੋਏ ਉਹਨਾਂ ਦੀ ਫੰਕਸ਼ਨ ਇੱਥੇ ਉਹਨਾਂ ਨੂੰ ਸਨਮਾਨ ਕਰ ਦਿਆਂਗੇ। ਜਿਹੜੇ ਅਮਰੀਕਾ ਹੋਏ ਅਮਰੀਕਾ, ਅਲੱਗ-ਅਲੱਗ ਕੰਟਰੀ ਜਿਹੜੇ ਕੰਟਰੀ ਹੋਊਗਾ ਉੱਥੇ ਘੱਟੋ ਘੱਟ ਸਾਡੇ ਦਿਮਾਗ ਵਿੱਚ 7 ਕੰਟਰੀਆਂ ਵਿੱਚ ਪ੍ਰੋਗਰਾਮ ਹੈਗੇ ਆ। ਪਰ ਕਰੋਨਾ ਦੀ ਮਾਰ ਨਹੀਂ, ਮੈਨੂੰ ਇਹ ਲੱਗਦਾ ਵੀ ਪਤਾ ਨਹੀਂ ਦੁਬਾਰਾ ਮੁੜ ਕੇ ਦੁਨੀਆ ਉਸ ਫਾਰਮ ਸਪੀਡ ਤੇ ਆਊਗੀ ਕਿ ਨਹੀਂ ਆਊਗੀ। ਕਰੋਨਾ ਨੇ ਜਿੱਥੇ ਪੂਰੀ ਇਹ ਸਾਡੇ ਲਾਈਫ ਸਟਾਈਲ ਨੂੰ ਮੂੰਹ 'ਤੇ ਮੂੰਹ ਮਾਰਿਆ, ਨਾਲ ਦੀ ਨਾਲ ਸਾਡੇ ਜਿਹੜੇ ਕੰਮ ਧੰਦੇ ਨੇ ਜਾਂ ਜਿਹੜੀ ਸਾਡੇ ਕੰਮਾਂ ਦੀ ਸਪੀਡ ਸੀ, ਜਿਹਦੇ ਵਿੱਚ ਤੁਸੀਂ ਚੰਗੇ ਵੀ ਆ ਮਾੜੇ ਵੀ ਸਾਰਿਆਂ ਦੀ ਸਪੀਡ ਜਿਹੜੀ ਆ ਬਹੁਤ ਮੱਠੀ ਜਿਹੜੀ ਆ ਕਰ ਦਿੱਤੀ। ਮੈਂ ਨਾ ਅਰਦਾਸ ਹੀ ਪ੍ਰਮਾਤਮਾ ਕੇ ਕਰ ਸਕਦੇ ਹਾਂ ਵੀ ਉਸ ਸਪੀਡ ਤੇ ਦੁਬਾਰਾ ਦੁਨੀਆ ਆ ਜਾਵੇ। ਪਰ ਕਈ ਵਾਰ ਲੱਗਦਾ ਵੀ ਪਤਾ ਨਹੀਂ ਆਉਣੀ ਕਿ ਨਹੀਂ ਆਉਣੀ। ਜਦੋਂ ਵੈਕਸੀਨ ਲੱਭ ਗਈ, ਦਵਾਈ ਲੱਭ ਗਈ, ਫੇਰ ਤਾਂ ਪੋਸੀਬਲ ਹੈਗਾ। ਅਦਰਵਾਈਜ਼ ਨਾ ਦਿਸਦੀ ਬਿਮਾਰੀ ਨੇ, ਨਾ ਦਿਸਦੇ ਦੁਸ਼ਮਣ ਨੇ,
ਇਸ ਵੇਲੇ ਦੁਨੀਆ ਦਾ ਬਹੁਤ ਵੱਡਾ ਨੁਕਸਾਨ ਕਰ ਚੁੱਕੀ ਹੈ ਬਿਮਾਰੀ। ਜੀ 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 ਪਰਮਾਤਮਾ ਕਰੇ ਇਹ ਸਤਿਗੁਰੂ ਮਿਹਰ ਕਰਨ, ਇਹਦੀ ਦਵਾਈ ਮਿਲ ਜਵੇ ਤੇ ਸਾਰਾ ਦੁਆਰਾ ਦੁਨੀਆ ਫਿਰ ਉਸੇ ਸਪੀਡ ਤੇ ਫਿਰ ਤੁਰਨ ਲੱਗੇ। ਜੀ ਸੋ ਵਰਲਡ ਪੰਜਾਬੀ ਕਾਨਫਰੰਸ ਦੀ ਤੁਸੀਂ ਆਪਾਂ ਗੱਲ ਕਰ ਰਹੇ ਸੀ, ਜਿਹੜਾ ਨੈਤਿਕਤਾ ਵਿਸ਼ੇ ਨਾਲ ਸੰਬੰਧਿਤ ਜਿਹੜੀ ਤੁਸੀਂ ਇੱਕ ਨੈਤਿਕਤਾ ਕਿਤਾਬ ਛਾਪੀ ਸੀ, ਪਿਛਲੇ ਦਿਨੀ ਵੀ ਆਪਾਂ ਉਹਦੇ ਉੱਪਰ ਚਰਚਾ ਕੀਤੀ ਸੀ, ਗੱਲ ਕੀਤੀ ਸੀ। ਸੋ ਜਦੋਂ ਜਿਵੇਂ ਆਪਾਂ ਗੱਲ ਕਰਦੇ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ, ਕਿਹੜੀਆਂ ਕਲਾਸਿਸ ਦੇ ਵਿੱਚ, ਕਿਹੜੀਆਂ ਜਮਾਤਾਂ ਦੇ ਵਿੱਚ ਉਹ ਪੜ੍ਹਾਉਣ ਦਾ ਜਿਹੜਾ ਉਹ ਤੁਹਾਨੂੰ ਪ੍ਰਮਾਣ ਮਿਲ ਚੁੱਕਿਆ ਜਾਂ ਪੜ੍ਹਾਈਆਂ ਜਾ ਰਹੀਆਂ ਨੇ? ਮੇਰੇ ਕੋਲ ਚੀਫ ਮਿਨਿਸਟਰ ਸਾਹਿਬ ਦੇ ਆਫਿਸ ਚੋਂ ਪੰਜਾਬ ਦੇ ਵਿੱਚੋਂ ਜਿਹੜੀ ਲੈਟਰ ਆਈ ਸੀਗੀ, ਉਹ 'ਚ ਉਹਨਾਂ ਨੇ ਲਿਖਿਆ ਸੀਗਾ ਵੀ ਅਸੀਂ ਚੇਅਰਮੈਨ ਸਾਹਿਬ ਨੂੰ ਲਿਖਤਾ ਵੀ ਤੁਹਾਡੇ ਨਾਲ ਸੰਪਰਕ ਕਰਨਗੇ ਜੀ। ਉਸ ਤੋਂ ਬਾਅਦ ਜਿਹੜੀ ਅਗਲੀ ਲੈਟਰ ਆਈ ਸੀਗੀ, ਉਹ ਆਇਆ ਸੀਗਾ 6ਵੀਂ ਕਲਾਸ ਤੋਂ ਲੈ ਕੇ 10ਵੀਂ ਤੱਕ ਇਹਨਾਂ ਨੇ ਇੱਕ ਹਫ਼ਤੇ ਵਿੱਚ ਇੱਕ ਪੀਰੀਅਡ ਲਾਉਣਗੇ। ਅੱਛਾ। ਤੇ ਜਿਹੜਾ ਹੁਣ ਮੈਂ ਪੜ੍ਹ ਰਿਹਾ ਹੈਗਾ, ਉਹ ਹੈ ਪਹਿਲੀ ਕਲਾਸ ਤੋਂ ਲੈ ਕੇ ਹੀ 12ਵੀਂ ਕਲਾਸ ਤੱਕ ਉਹ ਕੋਸ਼ਿਸ਼ ਕਰ ਰਿਹਾ ਹੈਗਾ ਵੀ ਇਹਨਾਂ ਸਾਰਿਆਂ ਨੂੰ ਹੀ ਨੈਤਿਕਤਾ ਪੜ੍ਹਾਈ ਜਾਵੇ। ਵਾਹ ਵਾਹ ਵਾਹ, ਬਹੁਤ ਅੱਛਾ। ਔਰ ਇੱਕ ਜਿੱਥੇ ਆਪਾਂ, ਤੁਸੀਂ ਵੀ ਉਹਨਾਂ ਸਕੂਲਾਂ ਦੇ ਵਿੱਚ ਪੜ੍ਹੇ ਹਾਂ, ਅਸੀਂ ਵੀ ਪੜ੍ਹੇ ਹਾਂ, ਔਰ ਜਿੱਥੇ ਅਸੀਂ ਸਿੱਖਿਆ, ਸਰੀਰਕ ਸਿੱਖਿਆ ਹੋ ਗਈ ਜਾਂ ਹੋਰ ਅਜਿਹੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਫਿਜ਼ੀਕਲੀ ਐਕਟੀਵਿਟੀ ਦੇ ਨਾਲ ਜੋੜਦੇ ਹੁੰਦੇ ਸੀ, ਤਾਂ ਉਹਦੇ ਅੰਦਰ ਇੱਕ ਜਿਹੜੀ ਮਾਨਸਿਕ ਪੱਧਰ ਨੂੰ ਉੱਚਾ ਕਰਨ ਦੇ ਲਈ ਜਿਹੜੀ ਕਿਤਾਬ ਤੁਸੀਂ ਛਾਪੀ ਹੈ ਨੈਤਿਕਤਾ, ਇਹ ਵੀ ਮੈਨੂੰ ਲੱਗਦਾ ਵੀ ਇੱਕ ਆਮ ਵਿਅਕਤੀ ਨੂੰ ਜਾਂ ਇੱਕ ਸ਼ਖਸੀਅਤ ਨੂੰ ਬਿਲਡ ਕਰਨ ਦੇ ਲਈ ਬੜੀ ਇਹ ਲਾਭਦਾਇਕ ਹੋਏਗੀ। ਰਮਨ ਜੀ, ਪਹਿਲਾਂ ਨੈਤਿਕ ਸਿੱਖਿਆ ਅੱਜ ਤੱਕ ਨਹੀਂ ਪੜ੍ਹਾਈ ਗਈ, ਕਿਤਾਬ ਨਹੀਂ ਕੋਈ ਲਿਖੀ ਗਈ ਤੇ ਉਦੋਂ ਲੋੜ ਨਹੀਂ ਸੀ ਜੀ, ਕਿਉਂਕਿ ਨੈਤਿਕ ਗੁਣ ਉਦੋਂ ਹਰੇਕ ਬੱਚਾ ਆਪਦੇ ਸਾਂਝੇ ਪਰਿਵਾਰ ਚੋਂ ਲੈ ਲੈਂਦਾ ਸੀਗਾ। ਅਧਿਆਪਕਾਂ ਦੇ ਕੋਲ ਸਿਲੇਬਸ ਤੋਂ ਬਿਨਾਂ ਟਾਈਮ ਹੁੰਦਾ ਸੀਗਾ ਤੇ ਸਮਾਜ ਦਾ ਕੋਈ ਵੀ ਬੰਦਾ, ਸਿਆਣਾ ਬੰਦਾ, ਜੇ ਕਿਸੇ ਨੂੰ ਗਲਤ ਕੰਮ ਕਰਦੇ ਦੇਖਦਾ ਤੇ ਟੋਕ ਦਿੰਦਾ, ਉਹਦੇ ਮੂੰਹ ਤੇ ਚਪੇੜ ਵੀ ਮਾਰ ਸਕਦਾ ਸੀਗਾ। ਸਾਂਝੇ ਪਰਿਵਾਰ ਖਤਮ ਹੋ ਗਏ, ਅਧਿਆਪਕਾਂ ਕੋਲ ਸਿਲੇਬਸ ਪੜ੍ਹਾਉਣ ਤੋਂ ਵੱਧ ਸਮਾਂ ਹੈ ਨਹੀਂਗਾ, ਤੇ ਸਮਾਜ ਦੇ ਬੰਦੇ ਨੇ ਤੇ ਕੀ ਇੰਟਰਫੀਅਰ ਕਰਨਾ। ਅੱਜ ਕੱਲ੍ਹ ਬਾਪ ਵੀ ਆਪਦੇ ਪੁੱਤ ਨੂੰ ਨਹੀਂ ਕੁਝ ਕਹਿ ਸਕਦਾ। ਤਾਂ ਕਹਿਣਾ ਤਾਂ ਦੂਰ ਦੀ ਗੱਲ ਆ, ਤੁਸੀਂ ਮਾੜਾ ਜਿਹਾ ਘੂਰ ਨਹੀਂ ਸਕਦੇ, ਅੱਖਾਂ ਦੀ ਘੂਰ ਨਹੀਂ ਅੱਜ ਕੱਲ੍ਹ। ਹਾਂ, ਇਸ ਕਰਕੇ ਇਹਨੂੰ ਸਕੂਲਾਂ ਵਿੱਚ ਪੜ੍ਹਾਉਣਾ ਬਹੁਤ ਜ਼ਰੂਰੀ ਸੀਗਾ। ਇਹ ਨੈਤਿਕਤਾ ਦੀ ਡੈਫੀਨੇਸ਼ਨ ਮੈਂ ਟੀਚਰਾਂ ਦੇ ਟਰਾਈ ਕੀਤੀ ਵੀ ਟੀਚਰਾਂ ਪੁੱਛੀਏ ਵੀ ਤੁਸੀਂ ਨੈਤਿਕਤਾ ਦਾ ਅੱਖਰ ਸੁਣਿਆ? ਜਿੰਨੇ ਵੀ ਅਸੀਂ ਸੈਮੀਨਾਰ ਉੱਥੇ ਲਾਇਆ, ਵਰਕਸ਼ਾਪ ਲਾਇਆ, ਅੱਧੇ ਟੀਚਰਾਂ ਨੇ ਕਦੀ ਹੱਥ ਨਹੀਂ ਖੜਾ ਕੀਤਾ ਅਸੀਂ ਨੈਤਿਕਤਾ ਦਾ ਨਾਮ ਹੀ ਕਦੀ ਸੁਣਿਆ। ਕਿਉਂ? ਨੈਤਿਕਤਾ ਪਤਾ ਹੀ ਨਹੀਂ ਸੀਗਾ ਵੀ ਨੈਤਿਕਤਾ ਕਹਿੰਦੇ ਕਿਹਨੂੰ ਆ। ਉਹਦੀ ਡੈਫੀਨੇਸ਼ਨ ਬਣਾਉਣੀ, ਡੈਫੀਨੇਸ਼ਨ ਬੜੇ ਢੰਗ ਨਾਲ, ਕਿਉਂਕਿ ਵਕੀਲ ਹੋਣ ਕਰਕੇ ਨਾ ਮੈਂ ਬੜੇ ਉਹ ਬਣਾਈ ਵੀ ਜੇ ਤੁਸੀਂ ਬੰਦੇ ਨੇ ਸਮਾਜ 'ਚ ਰਹਿਣਾ ਹੈਗਾ, ਉਹਨੂੰ ਦੋ ਚੀਜ਼ਾਂ ਧਿਆਨ ਰੱਖਣਾ ਪੈਣਾ। ਇੱਕ ਅਨੁਸ਼ਾਸਨ 'ਚ ਰਵੇ ਤੇ ਇੱਕ ਦੂਜੇ ਦੀ ਮਦਦ ਕਰੇ। ਅਨੁਸ਼ਾਸਨ 'ਚ ਰੱਖਣ ਲਈ ਸਰਕਾਰਾਂ ਕਾਨੂੰਨ ਬਣਾਉਂਦੀਆਂ, ਪੁਲਿਸ ਵਾ, ਕਚਹਿਰੀਆਂ ਵਾ, ਜੇਲ੍ਹਾਂ ਵਾ, ਪਰ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਤੁਹਾਡੀ ਆਪਣੀ ਆਤਮਾ ਵਾ, ਤੁਸੀਂ ਸਵੈ ਇੱਛਾ ਦੇ ਨਾਲ ਕਿਸੇ ਦੀ ਮਦਦ ਕਰਨੀ ਆ, ਮਿੱਠਾ ਬੋਲਣਾ ਹੈਗਾ ਵਾ। ਇਹਨਾਂ ਜਿਹੜੀਆਂ ਤੁਸੀਂ ਸਵੈ ਇੱਛਾ ਨਾਲ ਚੰਗੇ ਕੰਮ ਕਰਦੇ ਹੋ, ਇਹਨਾਂ ਨੂੰ ਨੈਤਿਕਤਾ ਆਖਦੇ ਆ। ਇਦੋਂ ਸੌਖੀ ਡੈਫੀਨੇਸ਼ਨ ਹੋ ਨਹੀਂ ਸਕਦੀ। ਜਿਹੜੇ ਸਾਡੇ ਸਾਂਝੇ ਪਰਿਵਾਰਾਂ ਦੇ ਵਿੱਚ ਕੁਝ ਗੁਣ ਹੁੰਦੇ ਸੀ, ਜਿਵੇਂ ਅਲੱਗ-ਅਲੱਗ ਪਰਿਵਾਰ ਦੇ ਮੈਂਬਰ ਦੇ ਅਲੱਗ-ਅਲੱਗ ਗੁਣ ਹੁੰਦੇ ਸੀ, ਤਾਂ ਉਹਨਾਂ ਦੇ ਜਿਹੜੇ ਰਲ ਮਿਲਾ ਕੇ ਸੰਸਕਾਰ ਹੁੰਦੇ ਸੀ ਨਾ, ਉਹ ਬੱਚਿਆਂ ਵਿੱਚ ਭਰੇ ਜਾਂਦੇ ਸੀ ਕੁਦਰਤੀ। ਉਹੀ ਨੈਤਿਕਤਾ ਸੀ ਔਰ ਉਹੀ ਸੰਸਕਾਰਾਂ ਨੂੰ ਇੱਕ ਨਿਚੋੜ ਕੱਢ ਕੇ, ਉਹਨਾਂ ਦਾ ਮੰਥਨ ਕਰਕੇ ਨਿਚੋੜ ਕੱਢ ਕੇ ਤੁਸੀਂ ਜਿਹੜੀ ਕਿਤਾਬ ਦੇ ਰੂਪ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਝੋਲੀ ਵਿੱਚ ਪਾਈ ਆ ਕਿ ਇਹ ਬੱਚਿਆਂ ਨੂੰ ਪੜ੍ਹਾਈ ਜਾ ਸਕੇ। ਇਹ ਮੈਨੂੰ ਇਉਂ ਲੱਗਦਾ ਹੈ ਵੀ ਵਰਲਡ ਪੰਜਾਬੀ ਕਾਨਫਰੰਸ, ਜਿਹੜੀਆਂ ਵਿਸ਼ਵ ਪੰਜਾਬੀ ਕਾਨਫਰੰਸ ਤਾਂ ਪਹਿਲਾਂ ਵੀ ਹੁੰਦੀਆਂ ਹੋਣਗੀਆਂ, ਬਹੁਤ ਕੁਝ ਕੰਮ ਕੀਤੇ ਵੀ ਹੋਏ ਹੋਣਗੇ, ਲੇਕਿਨ ਜਿਹੜਾ ਇੱਕ ਕੈਨੇਡਾ ਦੇ ਵਿੱਚ ਬੈਠ ਕੇ ਇਸ ਤਰ੍ਹਾਂ ਦਾ ਕਨਸੈਪਟ ਮਨ ਦੇ ਵਿੱਚ ਲੈ ਕੇ ਆਉਣਾ, ਇਹ ਬੜਾ ਵਿਲੱਖਣ, ਬੜਾ ਅਜੀਬ ਜਿਹੜਾ ਮੈਨੂੰ ਲੱਗਿਆ। ਔਰ ਇਹਦੇ ਬਾਰੇ ਮੈਂ ਜਾਣਨਾ ਚਾਹੁੰਦਾ ਵੀ ਤੁਹਾਨੂੰ ਕਿਸ ਤਰ੍ਹਾਂ ਇੱਕ ਜ਼ਿਹਨ 'ਚ ਆਈ ਕਿ ਯਾਰ ਵੀ ਇਹ ਚੀਜ਼ ਹੋਣੀ ਚਾਹੀਦੀ ਆ ਕਿ ਬੱਚਿਆਂ ਨੂੰ, ਜਿਹੜੀਆਂ ਪੰਜਾਬ ਦੇ ਵਿੱਚ ਅਸੀਂ ਅਨੁਸ਼ਾਸਨ ਦੇ ਵਿੱਚ ਰਹਿ ਕੇ ਆਨੰਦ ਮਾਣਿਆ, ਔਰ ਤੁਸੀਂ ਵੇਖੋ ਸਾਰੇ ਪੰਜਾਬੀ ਜਿਹੜੇ ਕਿ ਉਹਨਾਂ ਤੱਪੜ ਮਾਰਕਾ ਸਕੂਲਾਂ ਦੇ ਵਿੱਚ ਪੜ੍ਹੇ ਆ, ਉਹ ਅੱਜ ਕੱਲ੍ਹ ਪੂਰੇ ਵਿਸ਼ਵ ਦੇ ਵਿੱਚ ਛਾਏ ਹੋਏ ਆ। ਮੈਂ ਨਹੀਂ ਕਹਿੰਦਾ ਵੀ ਅੱਜ ਦੀ ਜਨਰੇਸ਼ਨ ਨਹੀਂ ਛਾ ਰਹੀ, ਲੇਕਿਨ ਉਹਨਾਂ ਦੀ ਜੜ ਬੜੀ ਮਜ਼ਬੂਤ ਹੈ, ਔਰ ਉਹ ਅਨੁਸ਼ਾਸਨ, ਉਹ ਨੈਤਿਕਤਾ ਉਹਨਾਂ ਨੇ ਸਿੱਖੀ ਹੋਈ ਹੈ। ਉਸ ਦੀ ਲੋੜ ਸੀ। ਹੁਣ ਇੱਕ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਤੱਕ ਤੁਸੀਂ ਲੈ ਕੇ ਗਏ ਆ, ਪਰ ਕਿਵੇਂ ਆਇਆ ਇਹਦੇ ਬਾਰੇ ਮੈਂ ਜਾਣਨਾ ਚਾਹੁੰਦਾ। ਇਹ ਸਾਡੀ ਕਾਨਫਰੰਸ ਦੀ ਗੱਲ ਕਰਦੇ ਆ, ਮੈਨੂੰ ਤਾਂ ਇਹਨਾਂ ਨਹੀਂ ਪਤਾ। ਗੁਰਸੇਵਕ ਲੰਬੀ ਦੀ ਗੱਲ ਸੀ, ਉਹ ਕਹਿੰਦਾ ਜਿਹੜੀ ਅਸੀਂ ਯੂਨੀਵਰਸਿਟੀ ਕਾਨਫਰੰਸਾਂ ਕਰਦੇ ਆ ਨਾ, ਉਹ ਇਕੱਲੀਆਂ ਥਿਊਰੀ ਦੀਆਂ ਹੁੰਦੀਆਂ, ਤੇ ਜਿਹੜੀ ਤੁਹਾਡੀ ਕਾਨਫਰੰਸ ਹੁੰਦੀ ਆ ਇਹ ਪ੍ਰੈਕਟੀਕਲ ਹੁੰਦੀ ਆ। ਉਹਦੀ ਇਹ ਗੱਲ ਮੈਨੂੰ ਬੜੀ ਵਧੀਆ ਲੱਗੀ। ਤੇ ਸਾਡੀ ਜਿਹੜੀ ਕਾਨਫਰੰਸ ਹੁੰਦੀ ਆ ਇਕੱਲੇ ਸਕਾਲਰਾਂ ਲਈ, MA ਪੜ੍ਹਦਿਆਂ ਲਈ, MPhil ਕਰਦਿਆਂ ਲਈ ਤੇ PhD ਵਾਲਿਆਂ ਲਈ ਹੁੰਦੀ ਹੈਗੀ ਆ। ਇੰਨੇ ਔਖੇ ਔਖੇ ਅੱਖਰ ਬੋਲਦੇ ਆ ਜਿਹੜੇ ਆਮ ਬੰਦੇ ਦੇ ਸਮਝ ਹੀ ਨਹੀਂ ਆਉਂਦੇ।
ਤੇ ਪਰ ਜਿਹੜੀ ਸਾਡੀ ਕਾਨਫਰੰਸ ਜਿੱਦਾਂ ਪਹਿਲਾਂ 2017 ਚ ਰੱਖੀ ਤੇ ਨੈਤਿਕਤਾ ਦਾ ਵਿਸ਼ਾ ਰੱਖਿਆ, ਜੀ। ਅਸੀਂ ਉਹਨੂੰ ਨੈਤਿਕਤਾ ਨੂੰ ਸਿਰੇ ਲਾ ਲਿਆ, ਸਕੂਲਾਂ 'ਚ ਪੜਾਉਣ ਲਾ ਲਿਆ। ਜਿਹੜੀ 2019 ਚ ਹੋਈ ਪੰਜਾਬੀਆਂ ਦੀਆਂ ਮੁਸ਼ਕਲਾਂ ਤੇ ਉਹਨਾਂ ਦੇ ਹੱਲ ਬਾਰੇ ਹੋਈ ਜੀ, ਉਹਦੇ ਬਾਰੇ ਬੜਾ ਵਧੀਆ। ਸਾਡੇ ਕੋਲ ਸਾਰੀਆਂ ਆਪਣੀਆਂ ਕਾਨਫਰੰਸਾਂ ਦਾ ਰਿਕਾਰਡ ਹੈਗਾ। ਵਾਹ। ਜਿਹੜੀਆਂ ਤੁਸੀਂ ਕਹਿੰਦੇ ਬਾਕੀ ਅਸੀਂ ਭਾਲਣ ਲੱਗਾ ਵੀ ਸਾਰੀਆਂ ਮੈਂ ਰਿਕਾਰਡ ਭਾਲਾਂ ਵੀ ਕਿਹੜੀ ਕਿਹੜੀ ਕਾਨਫਰੰਸ ਕਿੱਥੇ ਕਿੱਥੇ ਹੋਈ। ਜੀ, ਬਹੁਤ ਸਾਰੀਆਂ ਕਾਨਫਰੰਸਾਂ ਗਿਣਦੇ ਜੀ, ਸਾਡੀਆਂ 5 ਕਾਨਫਰੰਸਾਂ ਹੋ ਗਈਆਂ। ਉਹ ਮੈਂ ਕਿਹਾ ਉਹ ਪਹਿਲੀਆਂ ਦਾ ਕੋਈ ਡੇਟ ਦੱਸ ਦਿਓ, ਕੋਈ ਰਾਈਟਰ ਦੱਸ ਦਿਓ ਉੱਥੇ ਗਿਆ, ਕੋਈ ਫੋਟੋ ਦਿਖਾ ਦਿਓ। ਬਾਹਲਿਆਂ ਦੇ ਕੋਲ ਨਾ ਤਾਂ ਕੋਈ ਕਾਨਫਰੰਸ ਦੀ ਡੇਟ ਲੱਭਦੀ ਹੈਗੀ ਆ, ਜੀ। ਨਾ ਕੋਈ ਫੋਟੋ ਲੱਭਦੀ ਆ। ਉਹ ਗਿਣਤੀ ਕਰਨ ਲਈ ਦੱਸ ਦਿੰਦੇ ਆ ਵੀ ਅਸੀਂ ਜੀ ਪਹਿਲਾਂ 5 ਕਾਨਫਰੰਸਾਂ ਕਰਾ ਚੁੱਕੇ ਆ। ਮੈਂ ਕਿਹਾ ਤੁਸੀਂ 5 ਪਹਿਲੀਆਂ ਦੇਖੀਆਂ ਵੀ ਆ, ਕਿੱਥੇ ਕਿੱਥੇ ਹੋਈਆਂ ਸੀਗੀਆਂ। ਹੁਣ ਇੱਕ ਬੰਦਾ ਕਿਤੇ ਗੁੱਸੇ ਹੋ ਕੇ ਬਾਹਰ ਚਲੇ ਗਿਆ ਤੇ ਉਹ ਕੱਲਾ ਜਾ ਕੇ ਕਹਿੰਦਾ ਜੀ 5 ਕਾਨਫਰੰਸਾਂ ਮੈਂ ਦੇਖੀਆਂ। ਮੈਂ ਕਿਹਾ ਦੇਖੀਆਂ ਤਾਂ ਹੋ ਸਕਦੀਆਂ, ਕਰਾਈਆਂ ਨਹੀਂ ਹੋ ਸਕਦੀਆਂ। ਹੁਣ ਸਾਡੀਆਂ ਕਾਨਫਰੰਸਾਂ ਕਰਾਉਣ ਵਾਲੀਆਂ ਰਜਿਸਟਰਡ ਸੰਸਥਾਵਾਂ ਵਾ ਜੀ। 2 ਪਹਿਲੀਆਂ ਸਾਡੀਆਂ ਕਾਨਫਰੰਸਾਂ ਹੋਈਆਂ, ਉਹ ਕਲਮ ਅੰਟਾਰੀਓ ਫਰੈਂਡਸ ਕਲੱਬ ਤੇ ਕਲਮ ਫਾਊਂਡੇਸ਼ਨ ਵੱਲੋਂ ਹੋਈਆਂ। ਕਲਮ ਫਾਊਂਡੇਸ਼ਨ ਸਪੋਰਟਰ ਸੀ, ਕਲਮ ਫਾਊਂਡੇਸ਼ਨ ਵੱਲੋਂ ਰਜਿਸਟ੍ਰੇਸ਼ਨ ਹੋਈ ਤੇ ਅੰਟਾਰੀਓ ਫਰੈਂਡਸ ਕਲੱਬ ਸਪੋਰਟਰ ਸੀਗੀ। ਉਸ ਤੋਂ ਬਾਅਦ ਜਿੰਨੀਆਂ ਵੀ ਸਾਡੀਆਂ ਕਾਨਫਰੰਸਾਂ ਹੋਣੀਆਂ, ਇੰਟਰਨੈਸ਼ਨਲ ਐਂਟਰ ਹੋ ਰਹੇ ਹੈਗੇ ਆ, ਉਹ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਸੰਸਥਾ ਵਾ, ਉਹਦੇ ਵੱਲੋਂ ਹੋ ਰਹੀਆਂ। ਉਹਨਾਂ ਦੇ ਨਾਂ ਦੀ ਐਗਰੀਮੈਂਟ ਆ, ਉਹਨਾਂ ਦਾ ਸਭ ਕੁਝ ਹੈਗਾ। ਤੁਸੀਂ ਰਿਕਾਰਡ ਦੱਸ ਸਕਦੇ ਹੋ ਵੀ ਸਾਰਾ ਕੁਝ ਹੈਗਾ। ਬਹੁਤ ਸਾਰੀਆਂ ਮੈਂ 1980 ਤੋਂ ਲੈ ਕੇ 40 ਸਾਲ ਹੋ ਗਏ ਇਤਿਹਾਸ ਨੂੰ। ਜੀ, ਮੈਂ ਰਣਜੀਤ ਸਿੰਘ ਧੀਰ ਹੈਗੇ ਆ ਯੂਕੇ ਵਾਲੇ, ਉਹਨਾਂ ਨੇ ਸਭ ਤੋਂ ਪਹਿਲੀ ਕਾਨਫਰੰਸ ਕਰਾਈ ਸੀ। ਅੱਛਾ। ਇਹ 40 ਸਾਲ ਦਾ ਸਾਰਾ ਇਤਿਹਾਸ ਇਕੱਠਾ ਕਰ ਰਿਹਾ। ਕਈਆਂ ਦਾ ਤਾਂ ਰਿਕਾਰਡ ਹੀ ਨਹੀਂ ਲੱਭਦਾ ਵੀ ਕਦੋਂ ਹੋਈ ਸੀ, ਕਿੱਥੇ ਹੋਈ ਸੀ, ਕਿਹੜਾ ਰਾਈਟਰ ਗਿਆ ਸੀਗਾ। ਉਹ ਕਹਿੰਦੇ ਸਾਨੂੰ ਜੀ ਸਾਡੇ ਕੋਲ ਨਾ ਤਾਂ ਫੋਟੋ ਆ ਤੇ ਨਾ ਸਾਨੂੰ ਕੋਈ ਰਾਈਟਰ ਦਾ ਪਤਾ ਹੈਗਾ। ਮੈਂ ਕਿਹਾ ਦੱਸੋ ਹੋਈ ਕਿੱਥੇ ਸੀਗੀ। ਪਰ ਇਹ ਜਿਹੜੀ ਆਪਣੀ ਕਾਨਫਰੰਸ ਆ ਨਾ ਜੀ, ਇਹਦਾ ਮਤਲਬ ਇਹ ਮੈਂ ਨਹੀਂ ਕਰ ਰਿਹਾ। ਮੈਂ ਤਾਂ ਸਿਰਫ ਖੜਾ ਹੀ ਆ, ਇੱਕ ਲਾਂਭੇ ਲੈਣ ਨੂੰ ਆ ਜਾਂ ਸ਼ਾਬਾਸ਼ ਲੈਣ ਨੂੰ ਆ। ਚੰਗਾ ਮਿਲੇ ਸ਼ਾਬਾਸ਼ ਦੇ ਦੇਵੇ ਤੇ ਜਿਹੜੇ ਗਾਲਾਂ ਕੱਢਣੀਆਂ ਭਾਈ ਮੈਨੂੰ ਗਾਲਾਂ ਕੱਢ ਲਵੇ। ਇੱਕ ਐਡੀ ਵਧੀਆ ਟੀਮ ਜਿਹਦੇ ਵਿੱਚ ਡਾਕਟਰ SS ਗਿੱਲ ਵਰਗੇ ਵਾਈਸ ਚਾਂਸਲਰ ਸਾਹਿਬਾਨ ਵਰਗੇ, ਸਾਥ ਦਲਜੀਤ ਸਿੰਘ ਜੀ ਵਾਈਸ ਚਾਂਸਲਰ ਬਾਰਾ ਯੂਨੀਵਰਸਿਟੀ ਵਾਲੇ, ADGP ਜਿਹੜੇ ਲੈਵਲ ਦੇ ਆ ਕਿ 2019 ਚ ਸਾਡੇ ਕੋਲ ਆਇਆ ਗਿਆ। ਸਾਡੀਆਂ ਪਹਿਲੀਆਂ ਕਾਨਫਰੰਸਾਂ ਵੀ ਇਹਦੇ ਮੁਕਾਬਲੇ ਨਹੀਂ ਸੀਗੀਆਂ। ਮੈਂ ਆਪਣੀ ਮੈਨੂੰ ਲੱਗਦਾ ਮੇਰੀ ਸੈਟੀਸਫੈਕਸ਼ਨ ਹੈਗੀ ਆ ਜਿਹੜੀ ਹੈ ਕਿ 2019 ਦੀ ਕਾਨਫਰੰਸ ਹੋਈ ਆ, ਜਿਹਦੇ ਵਿੱਚ 133 ਬੰਦੇ ਗਿਣ ਕੇ ਫੋਟੋਆਂ ਲਾ ਕੇ ਆਹ ਬੰਦੇ ਆਏ ਹੈਗੇ ਆ। ਹੋਰ ਕਈਆਂ ਦੀ ਕਾਨਫਰੰਸ ਤੇ ਇੱਕ ਬੰਦਾ ਵੀ ਬਾਹਰੋਂ ਨਹੀਂ ਆਇਆ ਹੁੰਦਾ ਤੇ ਉਹ ਤਾਂ ਹਰਜਿੰਦਰ ਵਾਲੀਆ ਵਾਲੀ ਗੱਲ ਹੀ ਹੁੰਦੀ ਹੈਗੀ ਆ। ਪਰ ਉਹਨਾਂ ਚੋਂ ਜੇ ਆਊਟਪੁੱਟ ਨਹੀਂ ਨਿਕਲਦੀ, ਹੁਣ ਕਿਸੇ ਨੂੰ ਬੰਦੇ ਨੂੰ ਆਪ ਹੀ ਦੱਸਣਾ ਪੈਂਦਾ ਮੈਂ ਉਸ ਕਾਨਫਰੰਸ 'ਚ ਗਿਆ ਸੀਗਾ। ਇੱਕ ਬੰਦੇ ਨਾਲ ਮੇਰੀ ਗੱਲ ਹੋਈ ਤੇ ਉਹ ਕਹਿ ਰਿਹਾ ਵੀ ਜੀ 1980 ਵਾਲੀ ਕਾਨਫਰੰਸ ਅਸਲੀ ਤੇ ਸਭ ਤੋਂ ਵਧੀਆ ਸੀ। ਮੈਂ ਕਿਹਾ ਜੀ ਉਹ ਅਸਲੀ ਤੇ ਵਧੀਆ ਕਿਉਂ ਸੀਗੀ? ਕਿਉਂਕਿ ਕਹਿੰਦਾ ਉਹ 'ਚ ਮੈਂ ਖੁਦ ਗਿਆ ਸੀਗਾ। ਅੱਛਾ। ਮੈਂ ਕਿਹਾ ਜੀ ਉਹ ਵਧੀਆ ਤੁਹਾਡੀ ਹੋ ਗਈ, ਉਸ ਤੋਂ ਬਿਨਾਂ ਤੁਸੀਂ ਹੋਰ ਕਿੰਨੀਆਂ ਦੇਖੀਆਂ? ਕਹਿੰਦਾ ਨਹੀਂ ਬਾਕੀ ਪ੍ਰਬੰਧਕ ਬਹੁਤ ਮਾੜੇ, ਕਦੀ ਮੈਨੂੰ ਕਿਸੇ ਨੇ ਸੱਦਿਆ ਹੀ ਨਹੀਂਗਾ। ਅੱਛਾ। ਇੱਕ ਬੰਦਾ ਕੰਪੇਅਰ ਤਾਂ ਉਹ ਕਰੂਗਾ ਜਿਹਨੇ ਹੋਰ ਕਾਨਫਰੰਸਾਂ ਦੇਖੀਆਂ ਹੋਣ, ਜਿਹਨੇ ਇੱਕੋ ਹੀ ਕਾਨਫਰੰਸ ਦੇਖੀ ਹੈਗੀ। ਇਸ ਕਰਕੇ ਵਧੀਆ ਵੀ ਮੈਂ ਆਪ ਗਿਆ ਵਾਂ ਜੀ। ਤੇ ਬਾਕੀਆਂ 'ਚ ਕਿਉਂ ਨਹੀਂ ਗਿਆ? ਬਾਕੀ ਮੈਨੂੰ ਪ੍ਰਬੰਧਕ ਨਹੀਂ ਸਾਦੇ, ਉਹਦਾ ਤੇਰੀ ਕਰਤੂਤੀ ਨਹੀਂ ਸਾਦੇ ਉਹਨੇ ਤੈਨੂੰ। ਇੱਕ ਲਤੀਫਾ ਵੀ ਬੜਾ ਯਾਦ ਆ ਰਿਹਾ ਤੁਹਾਡੀ ਜਿਹੜੀ ਇਹ ਘਟਨਾ ਤੁਸੀਂ ਸੁਣਾ ਰਹੇ ਹੋ ਨਾ, ਵੀ ਉਹ ਕਹਿੰਦਾ ਵੀ ਘਰੇ ਜਾ ਕੇ ਬੱਚਾ ਆਪਦੀ ਮਾਂ ਨੂੰ ਦੱਸਦਾ ਕਿ ਮੈਂ ਫਸਟ ਆ ਗਿਆ। ਉਹ ਕਹਿੰਦਾ ਵੀ ਤੂੰ ਫਸਟ ਆਇਆ ਤੇ ਕਿੰਨੇ ਜਾਣੇ ਸੀ ਦੌੜਨ ਵਾਲੇ? ਕਹਿੰਦਾ ਮੈਂ ਇਕੱਲਾ ਹੀ ਸੀ। ਤੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨਾ ਉਹ ਇਕੱਲੇ ਦੇ ਵਿੱਚ ਆ ਜਾਂਦੀਆਂ। ਪਰ ਨਾਲ ਦੀ ਨਾਲ ਮੈਂ ਇੱਕ ਜਿਹੜਾ ਸਵਾਲ ਤੁਹਾਨੂੰ ਪਿਛਲੇ ਦਿਨ ਵੀ ਪੁੱਛਿਆ ਸੀ ਉਹਦੇ ਬਾਰੇ ਫੇਰ ਮੈਂ ਗੱਲ ਕਰਨੀ ਚਾਹੁੰਦਾ ਔਰ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਦਰਸ਼ਕੋ, ਕਿ ਜਿੱਥੇ ਤੁਹਾਨੂੰ ਇਹ ਲੱਗਦਾ ਹੋਵੇ ਕਿ ਚੱਠਾ ਸਾਹਿਬ ਬੈਠੇ ਇੱਥੇ ਸਿਰਫ ਆਪਣੀਆਂ ਵਡਿਆਈਆਂ ਕਰ ਰਹੇ ਆ, ਉਹਨਾਂ ਦੇ ਨਾਲ ਵਡਿਆਈਆਂ ਦੇ ਨਾਲ ਮੈਂ ਇੱਕ ਦੋ ਗੱਲਾਂ ਉਹ ਸਾਂਝੀਆਂ ਕਰਨੀਆਂ ਚਾਹੁੰਦੀਆਂ ਜਿਹੜੇ ਤੁਹਾਡੇ ਜ਼ਿਹਨ 'ਚ ਜਾਂ ਤੁਹਾਡੇ ਦਿਮਾਗ ਦੇ ਵਿੱਚ ਹੋਣਗੀਆਂ ਕਿ ਵੀ ਜਿਹੜਾ ਕਾਨਫਰੰਸ ਦਾ ਜਿਹੜਾ ਕਨਸੈਪਟ ਹੈ ਇਹਨਾਂ ਦੇ ਦਿਨਾਂ ਦੇ ਵਿੱਚ ਜਾਂ ਜ਼ਿਹਨ ਦੇ ਵਿੱਚ ਚੱਲਦਾ ਸਿਰਫ ਪੈਸੇ ਕਮਾਉਣ ਦਾ, ਤੇ ਜਾਂ ਕੈਨੇਡਾ ਦੇ ਵਿੱਚ ਭਾਰਤ ਪੰਜਾਬ ਜਾਂ ਹੋਰ ਮੁਲਕਾਂ 'ਚ ਬੈਠੇ ਬੰਦਿਆਂ ਨੂੰ ਇੱਧਰ ਬੁਲਾਉਣ ਦਾ ਸ਼ਾਇਦ ਇਹ ਹੋਊਗਾ। ਇਹਦੇ ਬਾਰੇ ਵੀ ਆਪਾਂ ਸਵਾਲ ਪੁੱਛ ਲੈਂਦੇ। ਲੈ ਚੱਠਾ ਸਾਹਿਬ, ਤੁਸੀਂ ਇਹ ਵੀ ਦੱਸੋ ਵੀ ਜਿਹੜਾ ਕਾਨਫਰੰਸ ਤੁਸੀਂ ਕਰਵਾਉਣ ਦਾ ਜਿਹੜਾ ਇਹ ਬੀੜਾ ਚੁੱਕਿਆ ਜਾਂ ਤੁਸੀਂ ਕਾਨਫਰੰਸ ਜਾਂ ਸੈਮੀਨਾਰਸ ਕਰਵਾ ਰਹੇ ਆ ਪੰਜਾਬੀ ਨੂੰ ਲੈ ਕੇ, ਹੁਣ ਤੱਕ ਕਿੰਨੀਆਂ ਗ੍ਰਾਂਟਾਂ ਤੁਸੀਂ ਲੈ ਚੁੱਕੇ ਹੋ? ਗ੍ਰਾਂਟ ਕਾਸ਼ ਜੇ ਅਪਲਾਈ ਕਰਨੀ ਆਉਂਦੀ ਹੁੰਦੀ ਤਾਂ ਅੱਜ ਤੱਕ ਵੀ ਕਿਸੇ ਵੀ ਗੌਰਮੈਂਟ ਕੋਲੋਂ, ਪ੍ਰੋਵਿੰਸ਼ੀਅਲ ਦੇ ਕੋਲੋਂ, ਸੈਂਟਰ ਦੇ ਕੋਲੋਂ ਕਦੇ ਕੋਈ ਗ੍ਰਾਂਟ ਅਪਲਾਈ ਨਹੀਂ ਕਰ ਸਕੇ। ਸਾਨੂੰ ਕਰਨੀ ਨਹੀਂ ਆਉਂਦੀ। ਅੱਛਾ। ਤੇ ਸਾਡੇ ਘੱਟੋ ਘੱਟ ਵੀ 25 ਬਿਜ਼ਨਸਮੈਨ ਹੋਣੇ ਹੈਗੇ ਆ ਜਿਹੜੇ ਬੰਦੇ ਆਪਦੇ ਕੋਲੋਂ ਹੀ
ਹਜ਼ਾਰ ਡਾਲਰ ਪਾ ਕੇ ਤੇ ਅਸੀਂ ਇਹ ਕਾਨਫਰੰਸਾਂ ਕਰਾਉਂਦੇ ਆ। ਜੇ ਦੁਨੀਆ ਦੀ ਅੱਜ ਤੱਕ ਸਭ ਤੋਂ ਮਹਿੰਗੀ ਕਾਨਫਰੰਸ ਹੋਈ ਹੈਗੀ ਆ ਉਹ 2009 ਤੇ 2011 ਵਾਲੀ ਮੈਂ ਗਿਣ ਸਕਦਾ ਹੈਗਾ ਜੀ, ਜਿਹਦੇ ਵਿੱਚ ਸਰ ਦਰਸ਼ਨ ਸਿੰਘ ਜੀ ਬੈਂਸ ਉਹਨਾਂ ਨੇ ਅਜੀਤ ਅਖਬਾਰ ਦੇ ਵਿੱਚ 6 ਮਹੀਨੇ ਫੁੱਲ ਕਲਰਡ ਪੇਜ ਦੀ ਐਡਵਰਟਾਈਜ਼ਮੈਂਟ ਲਾਈ। ਵਾਹ ਵਾਹ, ਉਹ ਜੇ ਭੈਣ ਉਹਨੂੰ ਪਤਾ ਕਰਨ ਚਲ ਜਾਓ ਤਾਂ ਉਹ $2500 ਇੱਕ ਵਾਰੀ ਐਡੀਸ਼ਨ ਦਾ ਲੈਂਦੇ ਆ। ਖੁਦ ਆਪਾਂ ਉਹ ਕਾਸਟ ਉਹਨੂੰ $600 ਕਾਸਟ ਕਰਦੀ ਹੈਗੀ ਆ ਜੀ, ਉਸ ਹਿਸਾਬ ਨਾਲ ਲਾਓ ਤੇ 40 ਸਾਲ ਵਿੱਚ ਜਿੰਨੀਆਂ ਵੀ ਕਾਨਫਰੰਸਾਂ ਹੋਈਆਂ ਹੈਗੀਆਂ ਸਭ ਤੋਂ ਜ਼ਿਆਦਾ ਪੈਸੇ ਜਿਹੜੇ ਖਰਚੇ ਐਡਵਰਟਾਈਜ਼ਮੈਂਟ ਤੇ ਉਹ 2009 ਤੇ 2011 ਵਾਲੀ ਦੇ ਖਰਚੇ ਹੈਗੇ। ਉਹ ਵੀ ਆਪਣੀ ਜੇਬ ਦੇ ਵਿੱਚ, ਉਹਨਾਂ ਨੇ ਆਪਦੀ ਜੇਬ ਚੋਂ ਖਰਚੇ ਆ। ਵਾਹ ਵਾਹ, ਉਦੋਂ ਤਾਂ ਖੁਦਾ ਕਿਸੇ ਨੇ ਬੰਦੇ ਪੈਸੇ ਇਕੱਠੇ ਵੀ ਕੀਤੇ ਹੋਣ, ਉਹ ਵੀ ਸਾਡੇ ਆਪਦੇ ਮੈਂਬਰਾਂ ਦੇ ਕੋਲੋਂ। ਉਸ ਤੋਂ ਬਾਅਦ ਜਦੋਂ ਦੇ ਅਸੀਂ ਸਾਡੇ ਕੋਲ ਕੰਟਰੋਲ ਆ, ਅਸੀਂ ਤਾਂ ਬੈਨ ਕੀਤਾ ਹੋਇਆ ਕੋਈ ਵੀ ਬੰਦਾ ਕਦੀ ਕਿਸੇ ਬੰਦੇ ਦੇ ਕੋਲੋਂ ਪੈਸੇ ਵੀ ਮੰਗਣ ਨਹੀਂ ਜਾਊਗਾ ਜੀ। ਤੇ ਇੱਕ ਵਾਰ ਮੈਨੂੰ ਕਹਿੰਦਾ ਉਹ ਇੱਕ ਨਿੱਕਾ ਜਿਹਾ ਫੰਕਸ਼ਨ ਰੱਖ ਕੇ ਤੇ ਲੋਕ ਪਰਚੀਆਂ ਵੰਡ ਲਿਖ ਕੇ ਤੇ ਲੋਕਾਂ ਨੂੰ ਪੈਸੇ ਮੰਗਣ ਤੁਰ ਪੈਂਦੇ, ਤੁਸੀਂ ਪੈਸੇ ਕਿਉਂ ਨਹੀਂ ਲੈਣ ਜਾਂਦੇ? ਮੈਂ ਕਿਹਾ ਅਸੀਂ ਕਿਉਂ ਲੈਣ ਜਾਈਏ? ਜਿਹਦੇ ਕੋਲ ਅੱਜ ਇਹ ਲੈਣ ਚਲੇ ਗਏ ਉਹਨੇ 15 ਦਿਨ ਨਹੀਂ ਪੈਣ ਦੇਣੇ, ਮੁੜ ਕੇ ਦੁਬਾਰਾ ਸਾਡੇ ਕੋਲ ਨਹੀਂ ਮੰਗਣਾ ਜਾਣਾ ਹੈਗਾ। ਇਸ ਕਰਕੇ ਸਾਡੇ ਵਰਗਾ ਜਿਹੜਾ ਪ੍ਰੋਫੈਸ਼ਨਲ ਬੰਦਾ ਉਹ ਕਿਸੇ ਕੋਲ ਪੈਸੇ ਮੰਗਣ ਨਹੀਂ ਜਾ ਸਕਦਾ। ਪਰ ਇੱਕ ਕਈ ਵਾਰੀ ਜਿਵੇਂ ਆਪਾਂ ਬੈਕ ਬਾਈਟਸ ਦੀ ਗੱਲ ਕਰਦੇ ਹਾਂ ਜਾਂ ਹੋਰ ਵੀ ਚੀਜ਼ਾਂ ਸੁਣਨ ਨੂੰ ਮਿਲਦੀਆਂ ਕਿ ਜਿਹੜੇ ਕਾਨਫਰੰਸ ਕਰਵਾਉਂਦੇ ਆ ਜਾਂ ਇਹ ਕਹਿ ਲਓ ਕਿ ਜਿਹੜੇ ਸਮਾਜਿਕ ਤੌਰ ਤੇ ਕੋਈ ਨਾ ਕੋਈ ਇਹ ਜਿਹੜੇ ਫੰਕਸ਼ਨਸ ਆ ਉਹ ਅਰੇਂਜ ਕਰਦੇ ਆ, ਉਹਨਾਂ ਪਿੱਛੇ ਜਿਹੜਾ ਮੋਟਿਵ ਹੁੰਦਾ ਨਾ ਉਹ ਗਵਰਨਮੈਂਟ ਤੋਂ ਗ੍ਰਾਂਟਾਂ ਲੈ ਕੇ ਖਾਣ ਦਾ ਹੀ ਸਿੱਧਾ ਪੱਧਰਾ ਜਿਹੜਾ ਮੋਟਿਵ ਹੁੰਦਾ। ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ ਜਿਵੇਂ ਤੁਹਾਨੂੰ ਮੈਂ ਸਵਾਲ ਪੁੱਛਿਆ ਵੀ ਤੁਸੀਂ ਕਿੰਨੀਆਂ ਗ੍ਰਾਂਟਾਂ ਹੁਣ ਤੱਕ ਲਈਆਂ, ਤੁਸੀਂ ਕਹਿੰਦੇ ਵੀ ਗ੍ਰਾਂਟ ਕੋਈ ਅਪਲਾਈ ਹੀ ਨਹੀਂ ਕੀਤੀ, ਕਦੇ ਅਪਲਾਈ ਨਹੀਂ ਕੀਤੀ। ਸੋ ਜਿਹੜਾ ਇਹ ਸਾਰੇ ਦਾ ਸਾਰਾ ਖਰਚਾ ਹੈ ਉਹ ਤੁਸੀਂ ਆਪਣੇ ਮੈਂਬਰਾਂ ਦੇ ਉੱਪਰ ਸਿੱਟ ਦਿੰਦੇ ਆ ਜਾਂ ਕਿਸ ਤਰੀਕੇ ਦੇ ਨਾਲ? ਜਿਹੜਾ ਕਿਉਂਕਿ ਬਹੁਤ ਸਾਰੇ ਜਿਹੜੇ ਡੈਲੀਗੇਟਸ ਆ ਉਹ ਕੈਨੇਡਾ ਤੋਂ ਬਾਹਰਲੀਆਂ ਕੰਟਰੀਆਂ ਤੋਂ, ਖਾਸ ਕਰਕੇ ਪੰਜਾਬ, ਪਾਕਿਸਤਾਨ, ਆਸਟ੍ਰੇਲੀਆ, ਅਮਰੀਕਾ, UK ਜਾਂ ਹੋਰ ਇਸ ਤਰ੍ਹਾਂ ਦੇ ਦੇਸ਼ਾਂ ਦੇ ਵਿੱਚੋਂ ਇੱਥੇ ਪਹੁੰਚਦੇ ਆ, ਕਿਉਂਕਿ ਮੈਂ ਆਪਣੀ ਅੱਖੀਂ ਦੇਖਿਆ ਕਿਵੇਂ ਸਾਰੇ ਦਾ ਸਾਰਾ ਜਿਹੜਾ ਸਿਸਟਮ ਚੱਲਦਾ। ਔਰ ਬਹੁਤ ਸਾਰੇ ਜਿਹੜੇ ਡੈਲੀਗੇਟ ਆ ਕਾਨਫਰੰਸ ਤੋਂ ਬਾਅਦ ਵੀ ਮੈਨੂੰ ਲੱਗਦਾ ਵੀ 10-10 15-15 ਦਿਨ ਤੁਹਾਡੇ ਘਰਾਂ 'ਚ ਰੁਕਦੇ ਆ। 10 ਦਿਨ ਜਿਵੇਂ ਕਈ 1.5 2 ਮਹੀਨੇ ਵੀ ਰੁਕੇ ਹੋਣੇ ਹੈਗੇ ਆ। ਸਾਡੇ ਕੋਲ ਕੋਈ ਨਾ ਕੋਈ ਘਰ ਖਾਲੀ ਹੁੰਦਾ, ਉਹ 'ਚ ਬੰਦੇ ਰਹਿ ਲੈਂਦੇ ਹੈਗੇ। ਇੱਕ ਸਾਡੀ ਕਾਨਫਰੰਸ ਦਾ ਰਮਨ ਜੀ ਇੱਕ ਅਸੂਲ ਬਹੁਤ ਤਕੜਾ ਹੈਗਾ। ਬਹੁਤ ਸਾਰੇ ਬੰਦੇ ਆ, ਅੱਜ ਤੱਕ 2 ਦੁਨੀਆ 'ਚ ਕਾਨਫਰੰਸਾਂ ਹੋਈਆਂ ਹੈਗੀਆਂ ਜਿਹੜੇ 2 ਬੰਦਿਆਂ ਨੇ ਪਰਸਨਲ ਖਰਚੇ ਤੇ ਕੀਤੀਆਂ। ਸਰ ਦਰਸ਼ਨ ਸਿੰਘ ਢਾਲੀਵਾਲ ਨੇ 1997 'ਚ ਕੀਤੀ ਜੀ, ਤੇ ਇੱਕ 2016 ਦੇ ਵਿੱਚ ਚਰਨਜੀਤ ਸਿੰਘ ਬਾਠ ਦੇ ਕੀਤੀ। ਉਹਨਾਂ ਨੇ ਆਪਦੇ ਕੋਲੋਂ ਜੇਬ 'ਚੋਂ ਪੈਸੇ ਲਾਏ, ਕਿਸੇ ਬੰਦੇ ਕੋਲ ਲਾਏ, ਪਰਸਨਲ ਬੰਦੇ ਦੇ ਖਰਚੇ ਤੇ ਉਹਨਾਂ ਨੇ ਲਾਈਆਂ। ਪਰ ਉਹ ਵੀ ਦੁਬਾਰਾ ਦੂਜੀ ਵਾਰੀ ਕਾਨਫਰੰਸ ਉਹ ਵੀ ਨਹੀਂ ਕਰਾ ਸਕੇ ਕਿਉਂਕਿ ਉਹ ਆਪ ਪ੍ਰਬੰਧਕ ਨਹੀਂ ਕਰ ਸੀਗੇ। ਪ੍ਰਬੰਧਕ ਲੇਖਕ ਦੂਜੇ ਸੀਗੇ ਤੇ ਉਹਨਾਂ ਨੇ ਇੰਨੇ ਕੁ ਉਹਨਾਂ ਨੂੰ ਖਰਾਬ ਕਰਤਾ ਹੋਣਾ ਤੇ ਦੁਬਾਰਾ ਉਹਨਾਂ ਨੇ ਹੌਸਲਾ ਨਹੀਂ ਕੀਤਾ ਕਿ ਪੰਜਾਬੀ ਦੀ ਸੇਵਾ ਹੋ ਸਕੇ। ਆਹੋ, ਤੇ ਜਿਹੜੀਆਂ ਸਾਡੀਆਂ ਕਾਨਫਰੰਸਾਂ ਹੈਗੀਆਂ ਵਾ ਇਹ ਬਾਕੀਆਂ ਨਾਲੋਂ ਫਰਕ ਇਸ ਕਰਕੇ ਆ, ਇਹਦੇ ਫਾਈਨਾਂਸਰ ਵੀ ਅਸੀਂ ਆ, ਇਹਦੇ ਸਪਾਂਸਰ ਵੀ ਅਸੀਂ ਆ ਤੇ ਇਹਦੇ ਪ੍ਰਬੰਧਕ ਵੀ ਅਸੀਂ ਆ ਜੀ। ਅਸੀਂ ਕਿਸੇ ਨੂੰ ਆਪਦੇ ਪ੍ਰਬੰਧਕੀ ਢਾਂਚੇ ਦੇ ਵਿੱਚ ਕਿਤੇ ਡਿਸੀਜਨ ਲੈਣ ਨਹੀਂ ਦਿੱਤਾ। ਵਾਹ ਵਾਹ, ਸਾਡੇ ਜੋ 2 in 1 ਤੁਸੀਂ ਕਹਿ ਲਓ, ਇਹਦੇ ਸਪਾਂਸਰ ਵੀ ਖੁਦ ਆ, ਅਸੀਂ ਪ੍ਰਬੰਧਕ ਵੀ ਇਹਦੇ ਆਪ ਆ। ਇਹਦਾ ਏਜੰਡਾ ਅਸੀਂ ਬਣਾਉਣਾ ਵਾ। ਜਦੋਂ ਕਿਸੇ ਲੇਖਕ ਨੇ ਬਣਾਉਣਾ ਹੋਵੇ ਤੇ ਉਹਨੇ ਇੰਟਰਫੀਅਰ ਕਰਨਾ ਹੋਵੇ, ਅਸੀਂ ਆਪਦੀ ਕਾਨਫਰੰਸ 'ਚ ਕਦੀ ਇੰਟਰਫੀਅਰ ਕਿਸੇ ਨੂੰ ਕਰਨ ਨਹੀਂ ਦਿੱਤਾ। ਇਹ ਸਾਡੀਆਂ ਅੱਜ ਤੱਕ ਦੀਆਂ ਹਰੇਕ 2 ਸਾਲ ਬਾਅਦ ਜਾਂ ਹਰੇਕ ਲਗਾਤਾਰ ਹੀ ਕਰੀ ਜਾਂਦੇ ਆ। ਉਹਦਾ ਕਾਰਨ ਹੀ ਇਹ ਹੈਗਾ। ਤੇ ਮੈਂ ਜੇ ਕਹਾਂ ਵੀ ਸਾਰੇ ਪੈਸੇ ਮੈਂ ਜੇਬ ਚੋਂ ਲਾ ਰਿਹਾ, ਬਿਲਕੁਲ ਗਲਤ ਹੈਗੀ ਆ। ਸਾਨੂੰ ਕੋਈ ਨਾ ਕੋਈ ਬੰਦਾ ਜ਼ਰੂਰ ਨਿੱਤਰ ਆਉਂਦਾ ਹੈਗਾ ਜਿਹੜਾ ਬੰਦਾ ਇਹਦਾ ਸਾਰੇ ਦਾ ਸਾਰਾ ਖਰਚਾ ਚੱਕਣ ਨੂੰ ਵੀ ਤਿਆਰ ਹੁੰਦਾ। ਪਹਿਲੀ ਵਾਰੀ ਮੈਂ ਤੁਹਾਨੂੰ 2 ਕਾਨਫਰੰਸ ਦਰਸ਼ਨ ਸਿੰਘ ਬੈਂਸ ਜੀ ਜਿੰਨਾ ਖਰਚਾ ਉਹਨਾਂ ਨੇ ਕੀਤਾ ਐਡਵਰਟਾਈਜ਼ਮੈਂਟ ਤੇ, ਅੱਜ ਤੱਕ ਦੁਨੀਆ ਦੀ 40 ਸਾਲ ਦੇ ਇਤਿਹਾਸ ਵਿੱਚ ਕੋਈ ਕਾਨਫਰੰਸ ਨਹੀਂ ਹੋਣੀ ਜਿੱਥੇ ਐਡਵਰਟਾਈਜ਼ਮੈਂਟ ਇੰਨਾ ਖਰਚਾ ਕੀਤਾ ਹੋਵੇ, ਚਾਹੇ ਉਹ ਸਰਕਾਰ ਨੇ ਕੀਤਾ ਹੋਵੇ ਚਾਹੇ ਪ੍ਰਾਈਵੇਟ ਨੇ ਕੀਤਾ ਹੋਵੇ। ਸੋ ਜਿੰਨੇ ਵੀ ਡੈਲੀਗੇਟਸ ਇੱਥੇ ਆਉਂਦੇ ਆ ਫਿਰ ਉਹਨਾਂ ਦਾ ਜਿਹੜਾ ਖਰਚਾ, ਖਾਣ ਪੀਣ, ਰਹਿਣ ਸਹਿਣ ਸਾਰਾ ਉਹ ਵੀ ਤੁਸੀਂ ਆਪਣੇ ਮੈਂਬਰ ਸਾਹਿਬਾਨ ਦੀ ਜਿਹੜੇ ਇਕੱਠਾ ਕਰਕੇ ਕਰਦੇ? ਮੈਂ ਉਹ ਗੱਲ ਸ਼ੁਰੂ ਕਰ ਰਿਹਾ ਸੀਗਾ, ਮੈਂ ਕੋਈ ਨਾ ਕੋਈ ਬੰਦਾ ਨਿੱਤਰ ਆਉਂਦਾ। ਜਦੋਂ 2015 ਦੀ ਕਾਨਫਰੰਸ ਹੋਈ ਉਦੋਂ ਸਰ ਜੋਗਿੰਦਰ ਸਿੰਘ ਬਾਜਵਾ ਜਿਹੜੇ ਟੈਕਸੀਆਂ ਵਾਲੇ ਹੈਗੇ ਆ, ਉਹਨਾਂ ਨੂੰ ਸਾਡਾ ਇੱਕ ਦੋਸਤ ਸੀਗਾ ਤੇਜਿੰਦਰ ਸਿੰਘ ਚੀਮਾ, ਉਹਨਾਂ ਦੇ ਰਿਸ਼ਤੇਦਾਰ ਸੀ, ਉਹਨਾਂ ਕੋਲ ਚਲੇ ਗਏ ਵੀ ਸਾਡੀ ਸਪੋਰਟ ਕਰ ਦਿਓ। ਤੁਸੀਂ ਸਾਡੇ ਕੋਲ ਆ ਗਏ, ਬੜੀ ਮਾਣ ਦੀ ਗੱਲ ਆ, ਤੇ ਤੁਸੀਂ ਕਿਸੇ ਕੋਲ ਪੈਸੇ ਲੈਣ ਜਾਵੇ ਜਿੰਨੇ ਦਾ ਹੈਗਾ ਖਰਚੇ ਦਾ ਖਰਚਾ ਸਾਰਾ ਮੈਂ ਇਕੱਲਾ ਕਰੂੰਗਾ। ਵਾਹ, ਉਹਨਾਂ ਨੇ ਸਾਰੇ ਦਾ ਸਾਰਾ ਖਰਚਾ ਕੀਤਾ। ਸਾਰਾ ਖਰਚਾ ਜੋਗਿੰਦਰ ਸਿੰਘ ਬਾਜਵਾ ਦੀ ਇੱਥੇ ਟੋਰਾਂਟੋ ਦੇ ਵਿੱਚ ਹੈਗੇ ਆ, ਉਹ ਮੈਂ ਗਏ, ਥਿਆੜਾ ਸਾਹਿਬ ਗਏ, ਚੀਮਾ ਸਾਹਿਬ ਗਏ, ਉਹ ਕਹਿੰਦੇ ਵੀ ਚੱਠਾ ਸਾਰੇ ਦਾ ਸਾਰਾ ਖਰਚਾ ਮੈਂ ਕਾਨਫਰੰਸ ਦਾ ਮੈਂ ਇਕੱਲਾ ਕਰੂੰਗਾ। ਅਸੀਂ ਕਿਹਾ ਨਹੀਂ ਜੀ ਇਦਾਂ ਨਹੀਂ ਤੁਸੀਂ ਹੋਣਾ, ਅਸੀਂ ਆਪਣੇ ਤੇ ਪੈਸੇ ਪਾਏ। ਉਸ ਤੋਂ ਬਾਅਦ 'ਚ ਉਹਨਾਂ ਨੇ 10,000 ਦਾ ਚੈੱਕ ਸਾਨੂੰ ਦਿੱਤਾ ਵੀ ਆ 10,000 ਦਾ ਚੈੱਕ ਤੁਸੀਂ ਲਓ ਤੁਹਾਡਾ ਖਰਚਾ। ਤੇ ਚੀਮਾ ਕਹਿੰਦਾ ਵੀ ਸਾਡੇ ਕੋਲ 9,000 ਘਟਦਾ ਹੈਗਾ ਵਾ, ਸਾਡੇ ਕੋਲ 10,000 ਨਹੀਂ ਘਟਦਾ। ਤੇ ਉਹ 10,000 ਦਾ ਚੈੱਕ ਮੋੜ ਕੇ ਉਹਦੇ ਕੋਲ ਦੁਬਾਰਾ 9,000 ਦਾ ਚੈੱਕ ਲਿਆ। ਕੀ ਬਾਤ।
ਤੇ ਉਹ ਇਦੋਂ ਵੱਧ ਹੋਰ ਤੋਂ ਸਾਨੂੰ ਮੌਜ ਕਿੱਥੋਂ ਲੱਗਣੀ ਆ। ਅਸੀਂ ਇਹ ਦੋ ਇਲਜ਼ਾਮ ਇਹੋ ਜਿਹੇ ਹੁੰਦੇ ਹੈਗੇ ਆ ਵੀ ਇਹ ਬੰਦਾ ਇਹ ਪੈਸੇ ਖਾਂਦਾ, ਤੇ ਇੱਕ ਬੰਦਾ ਸਾਰੀ ਆਪਦੀ ਜ਼ਮੀਨ ਵੇਚ ਕੇ ਗੁਰਦੁਆਰਾ ਖੋਲ ਦੇਵੇ ਨਾ, ਤੇ ਲੋਕਾਂ ਨੇ ਇਹ ਕਹਿਣਾ ਹੁੰਦਾ ਜੀ ਇਹਨੇ ਚੜਾਵਾ ਖਾਣ ਦੇ ਮਾਰੇ ਨੇ ਗੁਰਦੁਆਰਾ ਖੋਲਿਆ। ਇਸ ਕਰਕੇ ਦੂਸਰੀ ਗੱਲ, ਅੱਜ ਤੱਕ ਕੋਈ ਵੀ ਬੰਦਾ ਕਾਨਫਰੰਸ ਕਰਾਉਣ ਵਾਲਾ ਕਦੀ ਦੂਜੀ ਕਾਨਫਰੰਸ ਕਰਾਉਣ ਵਾਲੇ ਦੇ ਖਿਲਾਫ ਨਹੀਂ ਬੋਲਿਆ। ਬਿਲਕੁਲ ਠੀਕ। ਜਿਹੜਾ ਬੰਦਾ ਬੋਲਿਆ ਉਹਨੇ ਅੱਜ ਤੱਕ ਕਦੀ ਕਾਨਫਰੰਸ ਨਹੀਂ ਕਰਾਈ। ਬਿਲਕੁਲ ਸਹੀ ਕਹਿ ਰਹੇ ਹੋ। ਅੱਜ ਤੱਕ ਜਿਹੜੇ ਬੰਦੇ ਨੇ ਨੁਕਤਾਚੀਨੀ ਕੀਤੀ ਹੈਗੀ ਆ, ਉਸ ਬੰਦੇ ਨੇ ਅੱਜ ਤੱਕ ਕਦੀ ਕਾਨਫਰੰਸ ਨਹੀਂ ਕਰਾਈ, ਤੇ ਕਾਨਫਰੰਸ ਕਰਾਉਣ ਵਾਲੇ ਨੇ ਕਦੀ ਦੂਜੀ ਕਾਨਫਰੰਸ ਦੇ ਖਿਲਾਫ ਨਹੀਂ ਬੋਲਿਆ। ਤੇ ਸਾਡੀ ਜੇ ਇਹ ਕਹੋ ਕੈਨੇਡਾ ਵਾਲੀਆਂ ਕਾਨਫਰੰਸਾਂ ਦਾ ਜਿਹੜੀ ਐਡਵਰਟਾਈਜ਼ਮੈਂਟ ਕੀਤੀ ਆ, ਇਹ ਨੈਗੇਟਿਵ ਬੋਲਣ ਨੇ ਸਾਡੀ ਜ਼ਿਆਦਾ ਕੀਤੀ ਆ। ਜੇ 2009 ਚ ਕਰਦੇ ਤਾਂ ਅਸੀਂ ਇੰਨਾ ਲੋਕਾਂ ਨੂੰ ਨਹੀਂ ਪਤਾ ਲੱਗਣਾ ਸੀਗਾ। ਅਸੀਂ ਨਵੇਂ ਬੰਦੇ ਸੀ, ਸਿਰਫ 35 ਸਾਡੇ ਕੋਲ ਬੰਦੇ ਆਏ ਸੀਗੇ, ਪਰ ਉਹ ਦੂਸਰੇ ਬੰਦਿਆਂ ਨੇ ਨੈਗੇਟਿਵ ਬੋਲਣਾ ਜੀ, ਇਹ ਸਾਹਿਤਕਾਰ ਨੇਗੇ ਜੀ, ਇਹ ਲੇਖਕ ਨਹੀਂਗੇ ਜੀ, ਇਹਨਾਂ ਕਰਕੇ ਸਾਨੂੰ ਦੁਨੀਆ ਤੱਕ ਪਹੁੰਚਾਇਆ। ਇਸ ਕਰਕੇ ਮੈਂ ਤਾਂ ਉਹਨਾਂ ਦਾ ਧੰਨਵਾਦੀ ਹੁੰਦਾ ਹੈਗਾ। ਘੱਟੋ ਘੱਟ ਸਾਰੇ ਲੋਕਾਂ ਤੱਕ ਗੱਲ ਤਾਂ ਪਹੁੰਚਾਈ ਨਾ। ਅੱਜ ਕੱਲ੍ਹ ਜੇ ਕਹੋ ਤੁਸੀਂ ਕੈਨੇਡਾ ਦੀ ਕਾਨਫਰੰਸ ਦਾ ਕਿਸੇ ਬੰਦਾ ਵਿਰਲਾ ਹੋਊਗਾ ਜਿਹਨੂੰ ਨਹੀਂ ਪਤਾ। ਮੈਂ ਪਿਛਲੇ ਦਿਨੀ 101 ਬੰਦੇ 'ਚ ਸ਼ਾਮਲ ਕਰ ਲਈ। VC ਸਾਹਿਬ SP ਸਾਹਿਬ ਨੂੰ ਫੋਨ ਕਰ ਬੈਠਾ, ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੀਗੇ, ਉਹਨਾਂ ਨੂੰ ਮੈਂ ਦੱਸਿਆ ਜੀ ਮੈਂ ਅਜੈਬ ਸਿੰਘ ਚੱਠਾ ਕੈਨੇਡਾ ਤੋਂ ਬੋਲ ਰਿਹਾ ਸਰ। ਤੇ ਉਹ ਕਹਿੰਦਾ ਚੱਠਾ, ਅਜੈਬ ਸਿੰਘ ਚੱਠਾ ਗਿਆ ਤਾਂ ਇੰਨਾ ਬਹੁਤਾ, ਮੈਨੂੰ ਤੇਰੇ ਬਾਰੇ ਸਭ ਪਤਾ ਹੈਗਾ। ਮੈਂ ਕਿਹਾ ਜੀ ਮੈਂ ਤਾਂ ਸਰ ਮੈਂ ਤੁਹਾਨੂੰ ਜਾਣਦਾ ਹੈਗਾ, ਤੁਸੀਂ ਯੂਨੀਵਰਸਿਟੀ ਸਾਡੇ ਪ੍ਰੋਫੈਸਰ ਸੀਗੇ। ਕਹਿੰਦਾ ਮੈਨੂੰ ਪ੍ਰੋਫੈਸਰ ਦਾ ਨਹੀਂ ਪਤਾ, ਜੋ ਅੱਜ ਕੱਲ੍ਹ ਤੁਹਾਡੀ ਕਾਨਫਰੰਸ ਦਾ ਕਰਕੇ ਤੁਹਾਡਾ ਜਿਹੜਾ ਗੱਲ ਤੁਹਾਡੀ ਬਹੁਤ ਕਾਨਫਰੰਸ ਦੀ ਪਹੁੰਚੀ ਆ, ਤੁਹਾਡੇ ਬਾਰੇ ਸਾਰਿਆਂ ਨੂੰ ਪਤਾ ਹੈ। ਇਹਦੇ ਧੰਨਵਾਦੀ ਆ ਜੀ, ਕ੍ਰਿਟਿਸਿਜ਼ਮ ਕਰਨ ਵਾਲਿਆਂ ਦੇ ਧੰਨਵਾਦੀ ਆ। ਜੇ ਕਿਸੇ ਗੱਲ ਦਾ ਕ੍ਰਿਟਿਸਿਜ਼ਮ ਨਾ ਹੋਵੇ, ਸਮਝੋ ਉਹ ਕੰਮ ਹੋਇਆ ਹੀ ਨਹੀਂ। ਬਹੁਤ ਅੱਛਾ, ਸਹੀ। ਮੈਂ ਤਾਂ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੁੰਡਾ ਨੂੰ ਕਹਿਣਾ ਹੁੰਦਾ ਵੀ ਜੇ ਆਪਣੇ ਖਿਲਾਫ ਕੋਈ ਇੱਕ ਹੀ ਨਾ ਬੋਲਿਆ, ਸਮਝੋ ਆਪਣਾ ਕੁਝ ਨਹੀਂ ਹੋਇਆ। ਤੇ ਬੋਲਣਾ ਜ਼ਰੂਰੀ ਵੀ, ਬੋਲਣਾ ਬਹੁਤ ਜ਼ਰੂਰੀ ਆ। ਜਦੋਂ ਵਿਆਹ ਦੇ ਵਿੱਚ ਨਾ ਮਾੜੀ ਮੋਟੀ ਲੜਾਈ ਝਗੜਾ, ਮਾੜੀ ਰੁੱਸੇ ਹੋਣਾ, ਫੁੱਫੜ ਦਾ ਰੁੱਸਣਾ ਮਾੜਾ ਮੋਟਾ, ਇਹ ਵਿਆਹ ਦੇ ਸ਼ਗਨ ਹੀ ਹੁੰਦੇ ਆ, ਜ਼ਰੂਰੀ ਹੁੰਦੇ ਆ। ਇਹ ਹੋਣੇ ਵੀ ਚਾਹੀਦੇ ਆ। ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਚੱਠਾ ਸਾਹਿਬ ਸਟੂਡੀਓ ਦੇ ਵਿੱਚ ਆ ਕੇ, ਔਰ ਵਰਲਡ ਪੰਜਾਬੀ ਕਾਨਫਰੰਸ ਦੇ ਨਾਲ ਜਿਹੜੀਆਂ ਬਹੁਤ ਸਾਰੀਆਂ ਅਹਿਮ ਗੱਲਾਂ ਨੇ, ਖਾਸ ਕਰਕੇ ਉਹ ਗੱਲਾਂ ਕਿ ਜਿਹਦੇ ਵਿੱਚ ਕਹਿੰਦੇ ਨੇ ਕਿ ਵੀ ਕਾਨਫਰੰਸਾਂ ਕਰਾਉਣ ਵਾਲੇ ਪੈਸੇ ਖਾ ਜਾਂਦੇ ਆ, ਜਾਂ ਗਰੰਟਾਂ ਖਾਣ ਦੇ ਚੱਕਰ ਦੇ ਕਰਕੇ ਇਹ ਜਿਹੜੀਆਂ ਕਾਨਫਰੰਸਾਂ ਅਰੇਂਜ ਕਰਦੇ ਆ, ਉਹਦਾ ਜਿਹੜਾ ਅਹਿਮ ਖੁਲਾਸਾ ਤੁਸੀਂ ਇੱਥੇ ਕੀਤਾ, ਉਹਦੇ ਬੜੇ ਅਸੀਂ ਧੰਨਵਾਦੀ ਹਾਂ। ਔਰ ਮੈਂ ਇੱਕ ਗੱਲ ਹੋਰ ਜਿਹੜੀ ਜਾਂਦੇ ਕਰਨੀ ਚਾਹੁੰਦਾ ਕਿ ਵਰਲਡ ਪੰਜਾਬੀ ਕਾਨਫਰੰਸ ਜਿਹੜੀ 2021 ਦੇ ਵਿੱਚ, ਜੂਨ 21 ਦੇ ਵਿੱਚ ਹੋਣ ਜਾ ਰਹੀ ਹੈ, ਉਹਦੇ ਮੁਤਲਕ ਜਿਹੜੀ ਜਾਣਕਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਉਹ ਵੀ ਸਾਂਝੀ ਕਰਾਂਗੇ। ਔਰ ਕੋਈ ਜਾਂਦੇ ਤੁਸੀਂ ਕੋਈ 1 ਮਿੰਟ ਦਾ ਕੋਈ ਸੰਦੇਸ਼ ਦੇਣਾ ਚਾਹੁੰਦੇ ਆ ਤਾਂ ਬੜੇ ਮਿਹਰਬਾਨੀ। ਮੇਰੇ ਵੱਲੋਂ ਸਿਰਫ ਇੱਕੋ ਬੇਨਤੀ ਆ, ਜਿਹੜੇ 101 ਅਸੀਂ ਸਿਲੈਕਟ ਕਰਨ ਤੋਂ ਬਾਅਦ ਜੇ ਤੁਸੀਂ ਇਤਰਾਜ਼ ਕਰੋ ਵੀ ਆਹ ਬੰਦਾ ਬਹੁਤ ਵਧੀਆ ਸੀ, ਇਹਦਾ ਨਾਂ ਪਾਇਆ ਨਹੀਂਗਾ, ਉਹ ਠੀਕ ਨਹੀਂਗਾ, ਉਹਦੀ ਬਜਾਏ ਮੈਂ ਆਪ ਨੂੰ ਬੇਨਤੀ ਕਰਦਾ ਹੈਗਾ, jagatpunjabisabha@gmail.com ਤੇ ਤੁਸੀਂ ਕਿਸੇ ਵੀ ਸੱਜਣ ਦਾ ਨਾਂ ਨੋਮੀਨੇਟ ਕਰ ਸਕਦੇ ਹੋ। ਅਸੀਂ ਉਹਦੇ ਬਾਰੇ ਇਹ ਪਤਾ ਕਰਕੇ, ਪੜਚੋਲ ਕਰਕੇ ਉਹਦਾ ਨਾਂ ਪਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਲਈ ਪਲੀਜ਼ ਤੁਹਾਡੀ ਮਦਦ ਦੀ ਲੋੜ ਹੈਗੀ ਆ। ਉਦੋਂ ਬਾਅਦ ਦੇ ਵਿੱਚ ਕਹਿਣ ਦੀ ਬਜਾਏ ਵੀ ਆਹ ਬੰਦਾ ਰਹਿ ਗਿਆ, ਉਦੋਂ ਚੰਗਾ ਹੈਗਾ ਜੇ ਪਹਿਲਾਂ ਹੀ ਉਹਦਾ ਨਾਂ ਸਾਨੂੰ ਤੁਸੀਂ ਦੇ ਦਿਓ, ਤੇ ਮੈਂ ਜ਼ਰੂਰ ਉਹਨਾਂ ਤੇ ਪਾਊਂਗਾ। ਕੋਈ ਵੀ ਮੇਰੇ ਚਾਚੇ ਦਾ ਪੁੱਤ ਨਹੀਂਗਾ। ਅਸੀਂ ਰੀਅਲੀ ਚਾਹੁੰਦੇ ਹੈਗੇ ਆ ਵੀ ਜਿੰਨੇ ਸਹੀ ਪੰਜਾਬੀਆਂ ਦਾ ਨਾਂ ਪਿਆ ਜਾਵੇ, ਕਿਉਂਕਿ ਜਿੰਨੇ ਸਹੀ ਪੰਜਾਬੀਆਂ ਦਾ ਨਾਂ ਪਊਗਾ ਤੇ ਉਨੀ ਸਾਡੀ ਸੰਸਥਾ ਦੀ ਕ੍ਰੈਡੀਬਿਲਿਟੀ ਬਣਦੀ ਆ। ਇਹ ਮਿਹਰਬਾਨੀ ਜੋ ਬਹੁਤ ਸ਼ੁਕਰੀਆ ਤੁਹਾਡਾ ਚੱਠਾ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਆ ਕੇ ਬੜੀ ਜਿਹੜੀ ਅਹਿਮ ਜਾਣਕਾਰੀ ਮੈਂ ਪਹਿਲਾਂ ਦੱਸ ਚੁੱਕਿਆ, ਸਾਂਝੀ ਕੀਤੀ ਹੈ। ਔਰ ਅੱਗੇ ਤੋਂ ਵੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਟੂਡੀਓ 'ਚ ਆ ਕੇ ਹੋਰ ਵੀ ਇਸ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਦੇ ਰਹੋ। ਸੋ ਤੁਹਾਡਾ ਵੀ ਸ਼ੁਕਰੀਆ ਦੋਸਤੋ। ਇਸੇ ਤਰੀਕੇ ਦੇ ਨਾਲ ਜਿਹੜਾ ਵਿਜ਼ਨ ਪੰਜਾਬੀ TV ਆ ਔਰ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਆ, ਤੁਸੀਂ ਉਹ ਜ਼ਰੂਰ ਦੇਖਿਆ ਕਰੋ। ਔਰ ਫੀਡਬੈਕ ਆਪਣੀ ਨਾ ਦੇਣੀ ਭੁੱਲਿਆ ਕਰੋ। ਕਿਸੇ ਵੀ ਕਿਸਮ ਦੀ ਫੀਡਬੈਕ ਹੋਵੇ, ਚਾਹੇ ਨੈਗੇਟਿਵ ਜਾਂ ਪੋਜ਼ੀਟਿਵ, 905790 ਦੇ ਉੱਪਰ ਤੁਸੀਂ ਕਾਲ ਕਰਨੀ ਹੈ। ਫਲੈਸ਼ ਹੋ ਰਿਹਾ ਨੰਬਰ ਨੀਚੇ। ਔਰ ਇਸੇ ਤਰੀਕੇ ਦੇ ਨਾਲ ਜੇ ਕੋਈ ਪ੍ਰੋਗਰਾਮ ਤੁਹਾਡੇ ਤੋਂ ਦੇਖਣੋਂ ਖੁੰਝ ਗਿਆ ਤਾਂ ਤੁਸੀਂ ਫੇਸਬੁੱਕ ਤੇ ਜਾ ਕੇ ਸਰਚ ਕਰੋ ਵਿਜ਼ਨ ਪੰਜਾਬ TV ਕੈਨੇਡਾ। ਉਹਦੇ ਉੱਪਰ ਸਾਰੇ ਦੇ ਸਾਰੇ ਪ੍ਰੋਗਰਾਮ ਜਿਹੜੇ ਮੌਜੂਦ ਨੇ। ਨਵੇਂ ਵਿਸ਼ੇ, ਨਵੇਂ ਮਹਿਮਾਨ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਸ਼ੁਕਰੀਆ। ਜਿਉਂਦੇ ਰਹੋ, ਹੱਸਦੇ ਰਹੋ, ਵਸਦੇ ਰਹੋ, ਘਰਾਂ 'ਚ ਰਹੋ। ਸ਼ਬ ਬਖੈਰ।